ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਸਾਡੇ ਪੇਂਡੂ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਸ਼ੁਰੂ ਕਰਦੇ ਹਾਂ ਜੀ। ਸਾਹਿਬ, ਗਲਤੀ ਹੋ ਗਈ, ਮਾफ़ ਕਰ ਦਿਓ। ਦੁਬਾਰਾ ਇੱਦਾਂ ਦੀ ਗਲਤੀ ਨਹੀਂ ਹੋਵੇਗੀ। ਤੇਰੀ ਵਜ੍ਹਾ ਨਾਲ ਸਾਡਾ ਜੋ ਨੁਕਸਾਨ ਹੋਇਆ ਉਸ ਦੀ ਭਰਪਾਈ ਕੌਣ ਕਰੇਗਾ? ਮੈਂ ਤੇਰੀ ਇਸ ਮਹੀਨੇ ਦੀ ਤਨਖਾਹ ਕੱਟ ਲਵਾਂਗਾ ਤਾਂ ਤੈਨੂੰ ਪਤਾ ਲੱਗੇਗਾ। ਨਹੀਂ ਛੋਟੇ ਸਾਹਿਬ, ਇੰਨਾ ਜ਼ੁਲਮ ਨਾ ਕਰੋ। ਮੇਰੀ ਪਤਨੀ ਅੱਜ ਕੱਲ੍ਹ ਬਿਮਾਰ ਰਹਿੰਦੀ, ਇਸ ਲਈ ਕੱਲ੍ਹ ਕੰਮ 'ਤੇ ਨਹੀਂ ਆ ਸਕਿਆ। ਮੇਰੇ ਪੈਰਾਂ ਵਿੱਚ ਇੱਟਾਂ ਨੂੰ ਰੱਖਦੇ ਸਮੇਂ ਇੱਟਾਂ ਮੇਰੇ ਪੈਰਾਂ 'ਤੇ ਡਿੱਗ ਗਈਆਂ ਅਤੇ ਮੈਨੂੰ ਸੱਟ ਲੱਗ ਗਈ। ਸਾਡੇ ਗਰੀਬਾਂ ਦਾ ਤਾਂ ਤੁਸੀਂ ਹੀ ਸਹਾਰਾ ਹੋ। ਰੋਂਦੇ ਰੋਂਦੇ ਬਲਕਾਰ ਸਿੰਘ ਨੇ ਆਪਣੇ ਛੋਟੇ ਮਾਲਕ ਦੇ ਪੈਰ ਫੜ ਲਏ, ਪਰ ਉਹ ਆਦਮੀ ਆਪਣੇ ਪੈਰਾਂ ਨਾਲ ਧੱਕਾ ਮਾਰ ਕੇ ਉੱਥੋਂ ਚਲਾ ਗਿਆ। ਬਲਕਾਰ ਸਿੰਘ ਜੀ ਗਿੜਗਿੜਾਉਂਦੇ ਰਹੇ, ਸਾਹਿਬ, ਮੇਰੀ ਪਤਨੀ ਭੁੱਖੀ ਮਰ ਜਾਵੇਗੀ। ਬਲਕਾਰ ਸਿੰਘ ਕੁਝ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ। ਉਹਨਾਂ ਦੀ 60 ਸਾਲ ਤੋਂ ਉੱਤੇ ਉਮਰ ਸੀ, ਪਰ ਇਸ ਉਮਰ ਵਿੱਚ ਮਜ਼ਦੂਰੀ ਵਰਗਾ ਕੰਮ ਕਰਨ ਦੀ ਮਜਬੂਰੀ ਆ ਗਈ। ਇੱਕ ਦਿਨ ਇੱਟਾਂ ਦਾ ਢੇਰ ਚੁੱਕਦੇ ਉਸ ਦੇ ਪੈਰਾਂ 'ਤੇ ਇੱਟਾਂ ਵੱਜ ਗਈਆਂ ਅਤੇ ਪੈਰ ਉੱਤੇ ਜ਼ਖਮ ਹੋ ਗਿਆ ਜੋ ਉਹਨਾਂ ਦਾ ਦਰਦ ਬਿਆਨ ਕਰ ਸਕਦੇ ਸਨ। ਬਲਕਾਰ ਸਿੰਘ ਆਪਣੀ ਪਤਨੀ ਦੇ ਨਾਲ ਇਕੱਲੇ ਰਹਿੰਦੇ। ਪੁੱਤਰ ਦੇ ਪਿਆਰ ਵਿੱਚ ਉਹਨਾਂ ਨੇ ਸਭ ਕੁਝ ਗਵਾ ਦਿੱਤਾ। ਆਪਣਾ ਸਭ ਕੁਝ ਵੇਚ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਕਿਉਂਕਿ ਉਹ ਉੱਥੇ ਪੜ੍ਹ ਲਿਖ ਕੇ ਕੁਝ ਬਣ ਸਕੇ। ਬਲਕਾਰ ਸਿੰਘ ਦੀ ਕਰਿਆਨੇ ਦੀ ਦੁਕਾਨ ਸੀ ਜੋ ਕਿ ਸਮੇਂ ਦੇ ਨਾਲ ਘਾਟੇ ਵਿੱਚ ਚਲੀ ਗਈ ਅਤੇ ਉਹ ਸੜਕ 'ਤੇ ਆ ਗਏ। ਪੜ੍ਹੇ ਲਿਖੇ ਜ਼ਿਆਦਾ ਨਹੀਂ ਸੀ ਤਾਂ ਚੰਗਾ ਕੰਮ ਮਿਲਣਾ ਮੁਸ਼ਕਿਲ ਹੋ ਗਿਆ। ਫਿਰ ਉਹਨਾਂ ਨੂੰ ਇੱਟਾਂ ਢੋਣ ਦਾ ਕੰਮ ਮਜਬੂਰੀ ਵਿੱਚ ਕਰਨਾ ਪਿਆ। ਆਪਣਾ ਮਕਾਨ ਜੋ ਕਿ ਆਪਣੇ ਬੇਟੇ ਨੂੰ ਅਮਰੀਕਾ ਭੇਜਣ ਵਿੱਚ ਗਹਿਣੇ ਰੱਖਿਆ ਸੀ, ਉਹ ਵੀ ਵਪਾਰ ਬੰਦ ਹੋਣ ਦੇ ਕਾਰਨ ਜ਼ਬਤ ਹੋ ਗਿਆ। ਉਹ ਜ਼ਿੰਦਗੀ ਵਿੱਚ ਅੱਗੇ ਜਾਣ ਲਈ ਉਹਨਾਂ ਨੂੰ ਮਜ਼ਦੂਰੀ ਕਰਨੀ ਪਈ, ਪਰ ਕਦੇ ਵੀ ਆਪਣੇ ਬੇਟੇ ਨੂੰ ਇਹ ਪਤਾ ਨਹੀਂ ਲੱਗਣ ਦਿੱਤਾ ਕਿ ਉਸ ਦੇ ਮਾਤਾ ਪਿਤਾ ਗਰੀਬੀ ਵਿੱਚ ਹਨ, ਕਿਉਂਕਿ ਇਸ ਵਿੱਚ ਉਸ ਦੀ ਪੜ੍ਹਾਈ ਖਰਾਬ ਹੋ ਸਕਦੀ। ਅਕਸਰ ਉਹਨਾਂ ਦੀ ਪਤਨੀ ਬੇਅੰਤ ਕੌਰ ਕਹਿੰਦੀ, ਆਪਣੇ ਦਿਨ ਕਦੋਂ ਬਦਲਣਗੇ? ਪਤਾ ਨਹੀਂ ਬੇਟੇ ਦਾ ਸੁੱਖ ਸਾਨੂੰ ਕਦੋਂ ਨਸੀਬ ਹੋਵੇਗਾ। ਕਦੋਂ ਬੇਟਾ ਕਮਾਵੇਗਾ ਅਤੇ ਅਸੀਂ ਸੁੱਖ ਚੈਨ ਦੀਆਂ 2 ਰੋਟੀਆਂ ਖਾ ਸਕਾਂਗੇ। ਬਲਕਾਰ ਸਿੰਘ ਬੇਅੰਤ ਕੌਰ ਨੂੰ ਹਿੰਮਤ ਦਿੰਦਾ ਅਤੇ ਕਹਿੰਦਾ, ਅਮਨ ਸਾਡਾ ਇਕਲੌਤਾ ਸਹਾਰਾ ਹੈ ਅਤੇ ਉਹੀ ਸਾਡੀ ਆਖਰੀ ਉਮੀਦ ਹੈ। ਇੱਕ ਵਾਰ ਉਸ ਨੂੰ ਵੱਡਾ ਆਦਮੀ ਬਣ ਜਾਣ ਦੇ, ਆਪਾਂ ਇਸ ਝੌਂਪੜੀ ਤੋਂ ਨਿਕਲ ਕੇ ਇੱਕ ਵੱਡੇ ਬੰਗਲੇ ਵਿੱਚ ਜਾ ਕੇ ਰਵਾਂਗੇ। ਜਾਂ ਮੇਰੇ ਲਈ ਇੱਕ ਕੱਪ ਚਾਹ ਦਾ ਬਣਾ ਦੇ। ਸਰੀਰ ਵਿੱਚ ਬਹੁਤ ਦਰਦ ਹੋ ਰਿਹਾ ਹੈ, ਕੁਝ ਤਾਂ ਆਰਾਮ ਮਿਲੇਗਾ। ਬੇਅੰਤ ਕੌਰ ਰਸੋਈ ਵਿੱਚ ਜਾਂਦੀ ਹੈ ਅਤੇ ਚਾਹ ਬਣਾਉਣ ਦੇ ਲਈ ਫਰਿੱਜ ਖੋਲ੍ਹ ਕੇ ਵੇਖਦੀ ਤਾਂ ਉਸ ਵਿੱਚ ਦੁੱਧ ਬਹੁਤ ਥੋੜ੍ਹਾ ਸੀ ਅਤੇ ਖੰਡ ਵੀ ਡੱਬੇ ਵਿੱਚ ਨਹੀਂ ਸੀ। ਉਹ ਕਿਸੇ ਤਰ੍ਹਾਂ ਦੁੱਧ ਵਿੱਚ ਪਾਣੀ ਮਿਲਾ ਕੇ ਬਿਨਾਂ ਖੰਡ ਪਾਈ ਚਾਹ ਬਣਾ ਕੇ ਲੈ ਆਉਂਦੀ। ਉਹ ਆਪਣੇ ਪਤੀ ਬਲਕਾਰ ਸਿੰਘ ਨੂੰ ਦਿੰਦੀ ਅਤੇ ਬੇਅੰਤ, ਤੂੰ ਚਾਹ ਨਹੀਂ ਲਿਆਈ, ਤੁਹਾਨੂੰ ਵੀ ਤਾਂ ਬੁਖਾਰ ਸੀ, ਕੁਝ ਤਾਂ ਆਰਾਮ ਮਿਲੇਗਾ। ਮੇਰਾ ਮਨ ਨਹੀਂ ਹੈ। ਪਾਣੀ ਵਰਗੀ ਚਾਹ ਪੀਂਦਿਆਂ ਸਾਰ ਹੀ ਬਲਕਾਰ ਸਿੰਘ ਜੀ ਸਮਝ ਗਏ ਕਿ ਘਰ ਵਿੱਚ ਦੁੱਧ ਤੇ ਖੰਡ ਨਹੀਂ ਹੈ। ਉਹ ਆਪਣੀ ਮਜਬੂਰੀ ਦੇ ਕਾਰਨ ਕੁਝ ਕਰ ਵੀ ਨਹੀਂ ਸਕਦੇ ਸੀ। ਉਦਾਸ ਹੋ ਕੇ ਬਲਕਾਰ ਸਿੰਘ ਨੇ ਕਿਹਾ, ਆਪਣੇ ਦਿਨ ਜ਼ਰੂਰ ਬਦਲਣਗੇ, ਉਦੋਂ ਤੱਕ ਇਹ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ। ਬੇਅੰਤ ਕੌਰ ਦੁਖੀ ਹੋ ਕੇ ਕਹਿੰਦੀ ਹੈ, ਕਿੰਨੇ ਦਿਨ ਹੋ ਗਏ ਅਮਨ ਦਾ ਫੋਨ ਨਹੀਂ ਆਇਆ। ਬਲਕਾਰ ਸਿੰਘ ਕਹਿੰਦੇ, ਹਾਂ, ਉਹ ਦਿਨ ਰਾਤ ਪੜ੍ਹਾਈ ਕਰਦਾ ਹੈ। ਜੇ ਤੂੰ ਉਹਦੇ ਨਾਲ ਗੱਲ ਕਰੇਂਗੀ ਤਾਂ ਉਸ ਦਾ ਪੜ੍ਹਾਈ ਵਿੱਚ ਧਿਆਨ ਨਹੀਂ ਲੱਗੇਗਾ। ਕੁਝ ਦਿਨ ਪਹਿਲਾਂ ਹੀ ਤਾਂ ਉਸਨੇ ਦੱਸਿਆ ਸੀ ਕਿ ਉਸ ਦੇ ਪੇਪਰ ਸ਼ੁਰੂ ਹੋਣ ਵਾਲੇ ਹਨ। ਜਦੋਂ ਇੱਥੇ ਦਿਨ ਹੁੰਦਾ ਹੈ ਤਾਂ ਉੱਥੇ ਰਾਤ ਹੁੰਦੀ ਹੈ। ਇਸੇ ਤਰ੍ਹਾਂ ਵਾਰ-ਵਾਰ ਫੋਨ ਕਰਕੇ ਉਸ ਦੀ ਪੜ੍ਹਾਈ ਵਿੱਚ ਦਖਲ-ਅੰਦਾਜ਼ੀ ਕਰਨਾ ਠੀਕ ਨਹੀਂ। ਬੇਅੰਤ ਕੌਰ ਆਪਣਾ ਗੁੱਸਾ ਆਪਣੇ ਪੁੱਤਰ 'ਤੇ ਕੱਢਣਾ ਚਾਹੁੰਦੀ ਸੀ, ਪਰ ਬਲਕਾਰ ਸਿੰਘ ਹਮੇਸ਼ਾ ਉਸ ਨੂੰ ਰੋਕ ਲੈਂਦਾ। ਅਮਨ ਦੀ ਪੜ੍ਹਾਈ ਸਿਰਫ 5 ਸਾਲਾਂ ਦੀ ਸੀ, ਪਰ ਹੁਣ ਤਾਂ 7 ਸਾਲ ਹੋਣ ਵਾਲੇ ਸੀ ਅਤੇ ਅਮਨ ਅਜੇ ਤੱਕ ਵਾਪਿਸ ਨਹੀਂ ਆਇਆ। ਇੱਕ ਦਿਨ ਅਮਨ ਦਾ ਫੋਨ ਆਇਆ ਅਤੇ ਬਲਕਾਰ ਸਿੰਘ ਖੁਸ਼ੀ ਦੇ ਨਾਲ ਉਛਲਣ ਲੱਗਾ ਅਤੇ ਬੇਅੰਤ ਕੌਰ ਨੂੰ ਆਵਾਜ਼ ਮਾਰੀ, ਬੇਅੰਤ ਕੁਰੇ, ਜਲਦੀ ਆ, ਆਪਣੇ ਪੁੱਤਰ ਦਾ ਫੋਨ ਆਇਆ ਹੈ। ਬੇਅੰਤ ਕੌਰ ਨੇ ਜਲਦੀ ਹੱਥ ਸਾਫ਼ ਕੀਤੇ ਅਤੇ ਉਸ ਦੇ ਕੋਲ ਆਉਂਦਿਆਂ ਹੀ ਬਲਕਾਰ ਸਿੰਘ ਨੇ ਫੋਨ ਸਪੀਕਰ 'ਤੇ ਕਰ ਦਿੱਤਾ। ਅਮਨ ਨੇ ਪੁੱਛਿਆ, ਪਿਤਾ ਜੀ, ਸਭ ਕਿਵੇਂ ਚੱਲ ਰਿਹਾ ਹੈ? ਹਾਂ ਪੁੱਤ, ਘਰੇ ਸਭ ਠੀਕ ਹੈ, ਪਰ ਤੇਰੀ ਪੜ੍ਹਾਈ ਕਦੋਂ ਪੂਰੀ ਹੋਵੇਗੀ? ਬਸ ਹੁਣ ਤੂੰ ਵਾਪਿਸ ਆ ਜਾ। ਬਹੁਤ ਯਾਦ ਆਉਂਦੀ ਹੈ ਤੇਰੀ, ਨਾ ਹੀ ਤੇਰੇ ਬਿਨਾਂ ਦਿਲ ਲੱਗਦਾ ਹੈ। ਬੇਅੰਤ ਕੌਰ ਨੇ ਕਿਹਾ, ਪੁੱਤ, ਤੂੰ ਤਾਂ ਕਹਿ ਕੇ ਗਿਆ ਸੀ ਕਿ ਤੇਰੀ ਪੜ੍ਹਾਈ ਸਿਰਫ 5 ਸਾਲ ਦੀ ਹੈ, ਪਰ ਹੁਣ ਤਾਂ 7 ਸਾਲ ਬੀਤ ਚੁੱਕੇ ਹਨ। ਇੰਨਾ ਕਹਿੰਦਿਆਂ ਬੇਅੰਤ ਕੌਰ ਦਾ ਮਨ ਭਰ ਗਿਆ, ਪਰ ਉਸਨੇ ਅਮਨ ਨੂੰ ਪਤਾ ਨਾ ਲੱਗਣ ਦਿੱਤਾ ਅਤੇ ਬਲਕਾਰ ਸਿੰਘ ਬਹੁਤ ਦੇਰ ਤੱਕ ਅਮਨ ਨਾਲ ਗੱਲ ਕਰਦੇ ਰਹੇ। ਪਰ ਉਸਨੇ ਆਪਣੀ ਅਸਲੀਅਤ ਨੂੰ ਉਸ ਤੋਂ ਛੁਪਾ ਕੇ ਰੱਖਿਆ ਕਿ ਸ਼ਾਂਤੀਪੂਰਨ ਅਤੇ ਚੰਗੀ ਜ਼ਿੰਦਗੀ ਦੇ ਲਈ ਕਿੰਨੇ ਪਾਪੜ ਵੇਲ ਰਹੇ ਹਾਂ
ਇੰਨੇ ਪਾਪੜ ਵੇਲਣੇ ਤਾਂ ਇੰਨੇ ਮੁਸ਼ਕਲਾਂ ਵਿੱਚੋਂ ਲੰਘਣਾ ਕੌਣ ਜਾਣੇ। ਕਿੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਨੂੰ 2 ਵਕਤ ਦੀ ਰੋਟੀ ਮਿਲ ਰਹੀ ਸੀ। ਜਦੋਂ ਮੀਂਹ ਵਿੱਚ ਝੌਂਪੜੀ ਦੀ ਬੁੱਕਲ ਵਿੱਚੋਂ ਪਾਣੀ ਟਪਕਦਾ ਸੀ ਤਾਂ ਸਾਰੀ ਰਾਤ ਜਾਗ ਕੇ ਕੱਟਣੀ ਪੈਂਦੀ ਸੀ। ਬਲਕਾਰ ਸਿੰਘ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਅਮਨ ਨੂੰ ਵਾਪਿਸ ਆਉਣ ਵਿੱਚ ਇੰਨਾ ਟਾਈਮ ਕਿਉਂ ਲੱਗ ਰਿਹਾ ਹੈ, ਕਿਉਂਕਿ ਪੜ੍ਹਾਈ ਤਾਂ ਸਿਰਫ 5 ਸਾਲ ਦੀ ਸੀ। ਕਈ ਵਾਰ ਬਲਕਾਰ ਸਿੰਘ ਨੇ ਪੁੱਛਿਆ, ਪਰ ਅਮਨ ਇਸ ਤਰੀਕੇ ਨਾਲ ਦੱਸਦਾ ਕਿ ਬਲਕਾਰ ਸਿੰਘ ਨੂੰ ਕੁਝ ਸਮਝ ਹੀ ਨਹੀਂ ਆਉਂਦਾ ਤੇ ਫਿਰ ਉਹ ਆਪਣੇ ਆਪ ਨੂੰ ਅਨਪੜ੍ਹ ਸਮਝ ਕੇ ਚੁੱਪ ਹੋ ਜਾਂਦਾ। 3 ਮਹੀਨਿਆਂ ਬਾਅਦ ਫਿਰ ਤੋਂ ਅਮਨ ਦਾ ਫੋਨ ਆਇਆ ਕਿ ਉਹ ਅਮਰੀਕਾ ਤੋਂ ਇੰਡੀਆ ਵਾਪਿਸ ਆ ਰਿਹਾ ਹੈ। ਇਹ ਕੁਝ ਖਬਰ ਸੁਣਦਿਆਂ ਹੀ ਬਲਕਾਰ ਸਿੰਘ ਖੁਸ਼ੀ ਨਾਲ ਫੁੱਲੇ ਨਾ ਸਮਾਇਆ ਤੇ ਬਲਕਾਰ ਸਿੰਘ ਨੇ ਆਪਣੀ ਪਤਨੀ ਬੇਅੰਤ ਕੌਰ ਨੂੰ ਕਿਹਾ, ਬੇਅੰਤ ਕੁਰੇ, ਜਦੋਂ ਅਮਨ ਵਾਪਸ ਆ ਜਾਵੇਗਾ ਤਾਂ ਮੈਂ ਉਸ ਨੂੰ ਆਪਣੇ ਹਾਲਾਤਾਂ ਬਾਰੇ ਸਭ ਕੁਝ ਸਾਫ਼-ਸਾਫ਼ ਦੱਸ ਦੇਵਾਂਗਾ। ਬੇਅੰਤ ਕੌਰ ਵੀ ਬਹੁਤ ਖੁਸ਼ ਸੀ ਕਿ ਸਾਡਾ ਪੁੱਤਰ ਹੁਣ ਸਾਨੂੰ ਸੰਭਾਲ ਲਵੇਗਾ, ਪਰ ਪੁੱਤ ਵਾਪਿਸ ਆ ਰਿਹਾ, ਹੁਣ ਤਾਂ ਸਭ ਕੁਝ ਵਧੀਆ ਹੋਵੇਗਾ। ਦੋਵੇਂ ਮੀਆਂ ਬੀਵੀ ਉਂਗਲਾਂ 'ਤੇ ਦਿਨ ਗਿਣਨ ਲੱਗੇ ਕਿ ਕਦੋਂ ਅਮਨ ਦੇ ਵਾਪਿਸ ਆਉਣ ਦਾ ਟਾਈਮ ਆਵੇ ਤੇ ਅਸੀਂ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਗਾਈਏ। ਤੇ ਪੁੱਤਰ ਦੇ ਆਉਣ ਦਾ ਇੱਕ ਦਿਨ ਗਿਣਦਿਆਂ ਆਖਿਰ ਇੱਕ ਦਿਨ ਉਹ ਆ ਹੀ ਗਿਆ ਕਿ ਜਦੋਂ ਅਮਨ ਅਗਲੇ ਦਿਨ ਸਵੇਰੇ ਵਾਪਿਸ ਆਉਣ ਵਾਲਾ ਸੀ। ਤੇ ਜਦੋਂ ਉਹ ਸਾਰੀ ਰਾਤ ਨਾ ਸੁੱਤੇ, ਫਿਰ ਬੇਅੰਤ ਕੌਰ ਦੇ ਮਨ ਵਿੱਚ ਖਿਆਲ ਆਇਆ ਤੇ ਉਸਨੇ ਕਿਹਾ, ਸੁਣੋ ਜੀ, ਅਮਨ ਇੱਥੋਂ ਤੱਕ ਕਿਵੇਂ ਪਹੁੰਚੇਗਾ, ਕਿਉਂਕਿ ਉਸ ਨੂੰ ਤਾਂ ਆਪਣੇ ਨਵੇਂ ਐਡਰੈਸ ਦਾ ਪਤਾ ਹੀ ਨਹੀਂ। ਫਿਰ ਬਲਕਾਰ ਸਿੰਘ ਨੇ ਕਿਹਾ, ਬੇਅੰਤ ਕੁਰੇ, ਜਦੋਂ ਕੱਲ੍ਹ ਸਵੇਰੇ ਉਸ ਦਾ ਫੋਨ ਆਵੇਗਾ ਤਾਂ ਮੈਂ ਉਸ ਨੂੰ ਸਭ ਦੱਸ ਦੇਵਾਂਗਾ ਤਾਂ ਉਹ ਆਸਾਨੀ ਨਾਲ ਘਰ ਪਹੁੰਚ ਜਾਏਗਾ। ਬਹੁਤ ਮੁਸ਼ਕਿਲ ਨਾਲ ਸਵੇਰ ਹੋਈ ਪਰ ਅਜੇ ਤੱਕ ਅਮਨ ਦਾ ਫੋਨ ਨਹੀਂ ਆਇਆ। ਬੇਅੰਤ ਕੌਰ ਨੇ ਬੜੀ ਬੇਚੈਨੀ ਨਾਲ ਕਿਹਾ, ਸੁਣੋ ਜੀ, ਅਜੇ ਤੱਕ ਅਮਨ ਦਾ ਫੋਨ ਨਹੀਂ ਆਇਆ, ਕਿਤੇ ਉਹ ਸਿੱਧਾ ਪੁਰਾਣੇ ਘਰ ਤਾਂ ਨਹੀਂ ਚਲਾ ਗਿਆ। ਬਲਕਾਰ ਸਿੰਘ ਨੂੰ ਵੀ ਚਿੰਤਾ ਹੋਣ ਲੱਗੀ, ਕਿਉਂਕਿ ਅਮਨ ਦੇ ਦਿੱਤੇ ਹੋਏ ਟਾਈਮ ਦੇ ਅਨੁਸਾਰ ਤਾਂ ਹੁਣ ਤੱਕ ਉਸ ਨੂੰ ਪਹੁੰਚ ਜਾਣਾ ਚਾਹੀਦਾ ਸੀ। ਉਸ ਨੇ ਬੇਅੰਤ ਕੌਰ ਨੂੰ ਕਿਹਾ, ਥੋੜ੍ਹਾ ਸਬਰ ਰੱਖ ਭਾਗਵਾਨੇ, ਹੋ ਸਕਦਾ ਕਿਤੇ ਜਾਮ ਵਿੱਚ ਫਸ ਗਿਆ ਹੋਵੇ, ਹੋ ਸਕਦਾ ਉਸ ਦੀ ਫਲਾਈਟ ਲੇਟ ਹੋ ਗਈ ਹੋਵੇ, ਆਉਂਦਾ ਹੀ ਹੋਵੇਗਾ। ਅੱਜ ਉਹ ਦੋਵੇਂ ਆਪਣੇ ਸਵਾਲਾਂ ਦੇ ਜਵਾਬ ਖੁਦ ਹੀ ਦੇ ਰਹੇ ਸੀ, ਕਿਉਂਕਿ ਇਕਲੌਤੇ ਪੁੱਤਰ ਦੇ ਮਾਤਾ ਪਿਤਾ ਸੀ। ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਹੋ ਚੁੱਕੀ ਸੀ, ਪਰ ਅਮਨ ਆਇਆ ਤੇ ਨਾ ਹੀ ਉਸ ਦਾ ਕੋਈ ਫੋਨ ਆਇਆ। ਦੋਵੇਂ ਪਤੀ ਪਤਨੀ ਬੇਚੈਨੀ ਨਾਲ ਇੱਧਰ ਉੱਧਰ ਘੁੰਮਣ ਲੱਗੇ ਤੇ ਵਾਰ-ਵਾਰ ਦਰਵਾਜ਼ੇ ਵੱਲ ਵੇਖ ਰਹੇ ਸਨ। ਰਾਤ ਵੀ ਹੋ ਚੁੱਕੀ ਸੀ ਪਰ ਅਮਨ ਅਜੇ ਤੱਕ ਨਾ ਆਇਆ। ਜੇਕਰ ਉਸ ਦਾ ਫੋਨ ਲਗਾਉਂਦੇ ਤਾਂ ਉਸ ਦਾ ਫੋਨ ਵੀ ਸਵਿਚ ਆਫ ਆਉਂਦਾ। ਪਤਾ ਨਹੀਂ ਇਹੋ ਜਿਹਾ ਕੀ ਹੋ ਗਿਆ ਜੋ ਅਮਨ ਅਜੇ ਤੱਕ ਘਰ ਨਹੀਂ ਪਹੁੰਚਿਆ। ਦਿਨ ਬੀਤੇ ਤੇ ਨਾਲ ਹਫ਼ਤੇ ਵੀ ਬੀਤ ਗਏ। ਬਲਕਾਰ ਸਿੰਘ ਨੇ ਕਈ ਅਖਬਾਰ ਵੀ ਦੇਖੇ ਕਿ ਕਿਤੇ ਕੋਈ ਜਹਾਜ਼ 'ਚ ਦੁਰਘਟਨਾ ਤਾਂ ਨਹੀਂ ਹੋ ਗਈ, ਪਰ ਅਖਬਾਰ ਵਿੱਚ ਵੀ ਕੁਝ ਵੀ ਪਤਾ ਨਾ ਲੱਗਾ। ਆਂਢ ਗੁਆਂਢ ਜਾ ਕੇ ਟੀਵੀ 'ਤੇ ਖਬਰਾਂ ਵੀ ਸੁਣ ਕੇ ਆਉਂਦੇ, ਪਰ ਕੁਝ ਅਤਾ ਪਤਾ ਨਾ ਲੱਗਦਾ। ਇੱਦਾਂ ਹੀ ਕਰਦੇ ਕਰਦੇ 1 ਮਹੀਨਾ ਬੀਤ ਗਿਆ ਪਰ ਕੋਈ ਖਬਰ ਨਾ ਆਈ। ਬਲਕਾਰ ਸਿੰਘ ਤੇ ਬੇਅੰਤ ਕੌਰ ਆਪਣੇ ਪੁੱਤਰ ਨੂੰ ਮਿਲਣ ਲਈ ਤੜਫ ਰਹੇ ਸੀ ਤੇ ਉਹਨਾਂ ਦੇ ਸਾਰੇ ਸੁਪਨੇ ਸ਼ੀਸ਼ੇ ਦੀ ਤਰ੍ਹਾਂ ਚਕਨਾਚੂਰ ਹੋ ਰਹੇ ਸਨ ਤੇ ਪੁੱਤਰ ਦੀ ਫਿਕਰ ਨੇ ਦੋਵਾਂ ਨੂੰ ਜਿਉਂਦਿਆਂ ਜੀਉ ਮਰਿਆਂ ਬਰਾਬਰ ਕਰ ਦਿੱਤਾ। ਉਹ ਦੋਵੇਂ ਅਮਨ ਨੂੰ ਯਾਦ ਕਰਕੇ ਹਮੇਸ਼ਾ ਰੋਂਦੇ, ਕਿਤੇ ਸਾਡੇ ਪੁੱਤਰ ਨਾਲ ਕੋਈ ਮਾੜੀ ਘਟਨਾ ਨਾ ਹੋ ਗਈ ਹੋਵੇ। ਇੱਦਾਂ ਹੀ ਕਈ ਸਾਲ ਬੀਤ ਗਏ ਪਰ ਅਮਨ ਨਾ ਆਇਆ। ਹਰ ਰੋਜ਼ ਅਮਨ ਦੀ ਫੋਟੋ ਵੇਖ ਕੇ ਯਾਦ ਕਰਦੇ, ਪਰ ਕੋਈ ਤਰੀਕਾ ਨਹੀਂ ਸੁੱਝ ਰਿਹਾ ਸੀ ਕਿ ਕਿਵੇਂ ਅਮਨ ਦੀ ਖੋਜ ਖਬਰ ਮਿਲੇ। ਉਹ ਦੋਵੇਂ ਵਿਚਾਰੇ ਗਰੀਬੀ ਦੇ ਮਾਰੇ ਇੰਨੀ ਦੂਰ ਵਿਦੇਸ਼ ਵਿੱਚ ਜਾ ਵੀ ਨਹੀਂ ਸਕਦੇ। ਉਹਨਾਂ ਦੀ ਤਾਂ ਪਹਿਲਾਂ ਹੀ ਇੰਨਾ ਖਰਚਾ ਕਰਕੇ ਲੱਕ ਟੁੱਟਾ ਪਿਆ ਸੀ। ਦੁਬਾਰਾ ਫਿਰ ਬਲਕਾਰ ਸਿੰਘ ਕਿਸੇ ਕੰਮ 'ਤੇ ਲੱਗ ਗਿਆ, ਕਿਉਂਕਿ ਢਿੱਡ ਤਾਂ ਭਰਨਾ ਹੀ ਸੀ। ਜਿੰਨਾ ਕੁ ਕਮਾਉਂਦੇ ਉਨੇ ਨਾਲ ਉਹਨਾਂ ਦੀ 2 ਵਕਤ ਦੀ ਰੋਟੀ ਪੱਕ ਜਾਂਦੀ। ਪਰ ਅਮਨ ਦੀ ਫਿਕਰ ਵਿੱਚ ਦੋਵਾਂ ਦੇ ਸਰੀਰ ਬਜ਼ੁਰਗ ਤੇ ਕਮਜ਼ੋਰ ਹੋ ਚੁੱਕੇ ਸਨ। ਇੱਕ ਦਿਨ ਬਲਕਾਰ ਸਿੰਘ ਨੇ ਕਿਹਾ, ਬੇਅੰਤ ਕੁਰੇ, ਹੁਣ ਮੇਰੇ ਕੋਲੋਂ ਮਜ਼ਦੂਰੀ ਨਹੀਂ ਹੁੰਦੀ, ਸਰੀਰ ਜਵਾਬ ਦੇ ਰਿਹਾ ਹੈ। ਤਾਂ ਬੇਅੰਤ ਕੌਰ ਕਹਿੰਦੀ, ਫਿਰ ਤੁਸੀਂ ਕੰਮ ਕਿਉਂ ਨਹੀਂ ਛੱਡ ਦਿੰਦੇ? ਬਲਕਾਰ ਸਿੰਘ ਕਹਿੰਦਾ, ਜੇਕਰ ਕੰਮ ਛੱਡ ਦਿੱਤਾ ਤਾਂ ਜਿਹੜੀ ਰੁੱਖੀ ਮਿੱਸੀ ਖਾਂਦੇ ਹਾਂ ਉਹ ਵੀ ਨਹੀਂ ਮਿਲਣੀ, ਉਹ ਵੀ ਨਹੀਂ ਨਸੀਬ ਹੋਣੀ। ਇਹ ਸੁਣ ਕੇ ਬੇਅੰਤ ਕੌਰ ਚੁੱਪ ਹੋ ਗਈ ਤੇ ਮਨ ਹੀ ਮਨ ਬਲਕਾਰ ਸਿੰਘ ਦੇ ਨਾਲ ਕੰਮ ਕਰਨ ਬਾਰੇ ਸੋਚਣ ਲੱਗੀ
ਕਿਉਂਕਿ ਅੱਜ ਤੱਕ ਬਲਕਾਰ ਸਿੰਘ ਨੇ ਬੇਅੰਤ ਕੌਰ ਨੂੰ ਬਾਹਰ ਜਾ ਕੇ ਕੰਮ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਅਗਲੇ ਦਿਨ 1 ਹੀ ਘੰਟੇ ਵਿੱਚ ਬਲਕਾਰ ਸਿੰਘ ਘਰ ਵਾਪਿਸ ਆ ਗਿਆ ਤੇ ਬੇਅੰਤ ਕੌਰ ਉਹਨਾਂ ਨੂੰ ਵੇਖ ਕੇ ਹੈਰਾਨ ਹੋ ਕੇ ਕਹਿੰਦੀ, ਜੀ ਕੀ ਹੋਇਆ? ਕੀ ਗੱਲ ਹੈ? ਤੁਸੀਂ ਹੁਣੇ ਤਾਂ ਗਏ ਸੀ, ਵਾਪਿਸ ਕਿਉਂ ਆ ਗਏ? ਕੀ ਗੱਲ, ਤੁਹਾਡੀ ਸਿਹਤ ਤਾਂ ਠੀਕ ਹੈ ਨਾ? ਇਹ ਸੁਣ ਕੇ ਬਲਕਾਰ ਸਿੰਘ ਰੋਣ ਲੱਗ ਪਿਆ ਤੇ ਕੁਝ ਦੇਰ ਚੁੱਪ ਬੈਠਾ ਰਿਹਾ ਤੇ ਫਿਰ ਕੰਧ ਦਾ ਸਹਾਰਾ ਲੈ ਕੇ ਖੜਾ ਹੋਇਆ ਤੇ ਕਹਿੰਦਾ, ਬੇਅੰਤ ਕੁਰੇ ਕੀ ਦੱਸਾਂ, ਮੈਨੂੰ ਛੋਟੇ ਮਾਲਿਕ ਨੇ ਕੰਮ 'ਚੋਂ ਕੱਢ ਦਿੱਤਾ ਹੈ। ਕਹਿੰਦਾ ਕੱਲ੍ਹ ਤੋਂ ਕੰਮ 'ਤੇ ਨਾ ਆਈ। ਇਹ ਸੁਣ ਕੇ ਬੇਅੰਤ ਕੌਰ ਦੇ ਮੱਥੇ 'ਤੇ ਤਰੇਲੀਆਂ ਆ ਗਈਆਂ ਤੇ ਕਹਿੰਦੀ, ਹੁਣ ਆਪਾਂ ਕੀ ਕਰਾਂਗੇ? ਫਿਰ ਬਲਕਾਰ ਸਿੰਘ ਕਹਿੰਦਾ, ਕਰਨਾ ਕੀ ਹੈ, ਕੋਈ ਨਵਾਂ ਕੰਮ ਲੱਭਣਾ ਪਵੇਗਾ। ਬੇਅੰਤ ਕੌਰ ਨੇ ਬੜੀ ਸਹਿਜਤਾ ਨਾਲ ਕਿਹਾ, ਤੁਸੀਂ ਚਿੰਤਾ ਨਾ ਕਰੋ, ਮੈਂ ਕੋਈ ਕੰਮ ਕਰ ਲਵਾਂਗੀ, ਕਿਸੇ ਦੇ ਘਰ ਰੋਟੀ ਪਕਾ ਕੇ ਕੋਈ 4 ਪੈਸੇ ਮਿਲ ਜਾਣਗੇ। ਇਸ ਵਾਰ ਤੁਸੀਂ ਨਾ ਰੋਕਣਾ। ਇਹ ਸੁਣਦੇ ਹੀ ਬਲਕਾਰ ਸਿੰਘ ਦੇ ਅੰਦਰ ਦਿਲ ਤੋਂ ਆਵਾਜ਼ ਆਈ ਤੇ ਕਹਿੰਦੇ, ਨਹੀਂ ਬੇਅੰਤ ਕੁਰੇ, ਤੂੰ ਕੰਮ ਨਹੀਂ ਕਰੇਂਗੀ। ਮੈਂ ਅੱਜ ਤੱਕ ਤੈਨੂੰ ਰਾਣੀ ਬਣਾ ਕੇ ਰੱਖਿਆ ਹੈ, ਪਰ ਅੱਜ ਕੱਲ੍ਹ ਕਿਸਮਤ ਖਰਾਬ ਚੱਲ ਰਹੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰੇ ਇਰਾਦੇ ਮਜ਼ਬੂਤ ਹਨ। ਮੈਂ ਤੇਰਾ ਤੇ ਆਪਣਾ ਪੇਟ ਖੁਦ ਭਰਾਂਗਾ। ਹਮੇਸ਼ਾ ਦੀ ਤਰ੍ਹਾਂ ਬਲਕਾਰ ਸਿੰਘ ਨੇ ਇੱਦਾਂ ਕਿਹਾ ਤੇ ਬੇਅੰਤ ਕੌਰ ਚੁੱਪ ਹੋ ਗਈ ਕਿਉਂਕਿ ਉਹ ਕੁਝ ਕਹਿ ਕੇ ਉਸ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੀ ਸੀ, ਕਿਉਂਕਿ ਪਹਿਲਾਂ ਹੀ ਬਲਕਾਰ ਸਿੰਘ ਦਾ ਦਿਲ ਆਪਣੇ ਪੁੱਤਰ ਨੂੰ ਲੈ ਕੇ ਬਹੁਤ ਦੁਖੀ ਸੀ। ਫਿਰ ਹਰ ਰੋਜ਼ ਬੇਅੰਤ ਕੌਰ ਗੁਰਦੁਆਰੇ ਜਾਣ ਲੱਗੀ, ਜਿਸ ਨਾਲ ਉਹ ਪਰਮਾਤਮਾ ਅੱਗੇ ਅਰਦਾਸ ਕਰ ਸਕੇ। ਜਾਂਦਿਆਂ ਵਕਤ ਬੇਅੰਤ ਕੌਰ ਨੇ ਬਲਕਾਰ ਸਿੰਘ ਨੂੰ ਕਿਹਾ, ਸੁਣੋ, ਮੈਂ ਗੁਰਦੁਆਰੇ ਜਾ ਰਹੀ ਹਾਂ, ਜਲਦੀ ਵਾਪਿਸ ਆ ਜਾਵਾਂਗੀ। ਬਲਕਾਰ ਸਿੰਘ ਦਾ ਵਿਸ਼ਵਾਸ ਪਰਮਾਤਮਾ ਵਿੱਚ ਨਹੀਂ ਰਿਹਾ ਸੀ। ਜਦੋਂ ਤਾਂ ਉਸ ਨੂੰ ਆਪਣੇ ਪੁੱਤਰ ਦਾ ਕੋਈ ਅਤਾ ਪਤਾ ਨਾ ਲੱਗਾ, ਫਿਰ ਉਸਨੇ ਗੁਰਦੁਆਰੇ ਜਾ ਕੇ ਮੱਥੇ ਰਗੜੇ। ਕੀ ਕਰੇਂਗੀ? ਮੈਂ ਇੰਨੇ ਦਿਨਾਂ ਤੋਂ ਪਰਮਾਤਮਾ ਅੱਗੇ ਅਰਦਾਸ ਕਰ ਕਰਕੇ ਮਿੰਨਤਾਂ ਕਰ ਰਿਹਾ ਹਾਂ, ਪਰ ਅਜੇ ਤੱਕ ਉਸਨੇ ਮੇਰੀ ਇੱਕ ਨਾ ਸੁਣੀ। ਲੱਗਦਾ ਹੈ ਕਿ ਰੱਬ ਵੀ ਅਮੀਰਾਂ ਦੀ ਹੀ ਸੁਣਦਾ ਹੈ। ਫਿਰ ਬੇਅੰਤ ਕੌਰ ਨੇ ਕਿਹਾ, ਪਰਮਾਤਮਾ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਹੋ ਸਕਦਾ। ਇਸ ਵਾਰ ਪਰਮਾਤਮਾ ਸਾਡੀ ਅਰਦਾਸ ਸੁਣ ਹੀ ਲਵੇ। ਉੱਥੇ ਜਾ ਕੇ ਬੇਅੰਤ ਕੌਰ ਕਾਫੀ ਦੇਰ ਬੈਠੀ ਰਹੀ ਤੇ ਰੋਣ ਲੱਗੀ, ਕਿਉਂਕਿ ਘਰ ਵਿੱਚ ਤਾਂ ਉਹ ਬਲਕਾਰ ਸਿੰਘ ਦੇ ਸਾਹਮਣੇ ਖੁੱਲ੍ਹ ਕੇ ਰੋ ਵੀ ਨਹੀਂ ਸਕਦੀ ਸੀ, ਕਿਉਂਕਿ ਬੇਅੰਤ ਕੌਰ ਨੂੰ ਰੋਂਦਿਆਂ ਹੋਇਆ ਵੇਖ ਕੇ ਬਲਕਾਰ ਸਿੰਘ ਦਾ ਦਿਲ ਵੀ ਕਮਜ਼ੋਰ ਹੋ ਜਾਂਦਾ। ਪਹਿਲਾਂ ਤਾਂ ਪੁੱਤਰ ਦਾ ਦੁੱਖ ਘੱਟ ਨਹੀਂ ਸੀ, ਫਿਰ ਰੋਂਦੀ ਹੋਈ ਬੇਅੰਤ ਕੌਰ ਨੂੰ ਕਿਸੇ ਨੇ ਆਣ ਕੇ ਹਿਲਾਇਆ। ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਸਾਹਮਣੇ ਪਾਠੀ ਜੀ ਨੂੰ ਵੇਖ ਕੇ ਹੈਰਾਨ ਹੋ ਗਈ। ਪਾਠੀ ਜੀ ਨੇ ਕਿਹਾ, ਭੈਣ ਜੀ, ਤੁਸੀਂ ਪਰੇਸ਼ਾਨ ਲੱਗ ਰਹੇ ਹੋ ਤੇ ਰੋ ਕਿਉਂ ਰਹੇ ਹੋ? ਬੇਅੰਤ ਕੌਰ ਆਪਣੇ ਆਪ ਨੂੰ ਕੰਟਰੋਲ ਨਾ ਕਰ ਸਕੀ ਤੇ ਪਾਠੀ ਜੀ ਦੇ ਸਾਹਮਣੇ ਉੱਚੀ ਉੱਚੀ ਰੋਣ ਲੱਗ ਪਈ। ਫਿਰ ਪਾਠੀ ਨੇ ਕਾਫੀ ਹੌਸਲਾ ਦਿੱਤਾ ਤੇ ਉਸ ਨੂੰ ਚੁੱਪ ਕਰਾਇਆ ਤੇ ਬੇਅੰਤ ਕੌਰ ਨੇ ਪਾਠੀ ਨੂੰ ਸਾਰੀ ਗੱਲ ਦੱਸੀ ਕਿ ਸਾਡੀ ਤਾਂ ਰੋਜੀ ਰੋਟੀ ਦਾ ਆਖਰੀ ਰਸਤਾ ਵੀ ਬੰਦ ਹੋ ਚੁੱਕਿਆ ਹੈ, ਉੱਤੋਂ ਸਾਡੇ ਪੁੱਤਰ ਦਾ ਵੀ ਕੋਈ ਅਤਾ ਪਤਾ ਨਹੀਂ ਕਿ ਉਹ ਕਿੱਥੇ ਹੈ। ਉਸ ਤੋਂ ਇਲਾਵਾ ਤਾਂ ਸਾਡੀ ਦੁਨੀਆ ਵਿੱਚ ਕੋਈ ਸਹਾਰਾ ਵੀ ਨਹੀਂ। ਫਿਰ ਪਾਠੀ ਜੀ ਨੇ ਸਮਝਾਇਆ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਉੱਪਰ ਵਾਲਾ ਪਰਮਾਤਮਾ ਹੁੰਦਾ ਹੈ। ਉਸ ਨੇ ਕਾਫੀ ਸਮਝਾਇਆ ਕਿ ਤੁਸੀਂ ਬਿਲਕੁਲ ਸਹੀ ਟਾਈਮ 'ਤੇ ਇੱਥੇ ਪਹੁੰਚੇ ਹੋ। ਉਹਨਾਂ ਨੇ ਕਿਹਾ ਕਿ ਜੋ ਸੇਵਾਦਾਰ ਪਹਿਲਾਂ ਇਸ ਗੁਰਦੁਆਰੇ ਵਿੱਚ ਸੇਵਾ ਕਰਦਾ ਸੀ, ਉਸ ਨੂੰ ਕਿਸੇ ਮਜਬੂਰੀ ਦੇ ਕਾਰਨ ਇੱਥੋਂ ਜਾਣਾ ਪਿਆ। ਇਸ ਲਈ ਮੇਰੇ ਕੋਲ ਇੱਕ ਕੰਮ ਹੈ, ਤੁਸੀਂ ਚਾਹੋ ਤਾਂ ਕਰ ਸਕਦੇ ਹੋ। ਬਦਲੇ ਵਿੱਚ ਥੋੜ੍ਹੀ ਬਹੁਤ ਤਨਖਾਹ ਵੀ ਮਿਲੇਗੀ ਤੇ ਲੰਗਰ ਪਾਣੀ ਵੀ ਤੁਸੀਂ ਗੁਰਦੁਆਰੇ ਵਿੱਚੋਂ ਹੀ ਛਕ ਸਕਦੇ ਹੋ। ਇਹ ਸੁਣ ਕੇ ਬੇਅੰਤ ਕੌਰ ਦੀਆਂ ਅੱਖਾਂ ਵਿੱਚ ਥੋੜ੍ਹੀ ਉਮੀਦ ਦੀ ਕਿਰਨ ਜਾਗੀ ਤੇ ਉਸਨੇ ਆਪਣੇ ਹੰਝੂ ਪੂੰਝੇ ਤੇ ਪਾਠੀ ਸਿੰਘ ਨੂੰ ਕਿਹਾ, ਹਾਂਜੀ ਦੱਸੋ ਕੀ ਕੰਮ ਹੈ, ਮੈਂ ਕਰ ਲਵਾਂਗੀ। ਪਰ ਪਾਠੀ ਸਿੰਘ ਨੇ ਕਿਹਾ, ਕੰਮ ਤਾਂ ਕੋਈ ਨਹੀਂ, ਸਿਰਫ ਗੁਰਦੁਆਰੇ ਦੀ ਸੇਵਾ ਹੀ ਕਰਨੀ ਹੈ ਤੇ ਇੱਥੋਂ ਦੀ ਸਾਂਭ ਸੰਭਾਲ, ਤੇ ਨਾਲ ਹੀ ਤੁਸੀਂ ਇੱਥੇ ਰਹਿ ਕੇ ਆਪਣਾ ਪੇਟ ਭਰ ਸਕਦੇ ਹੋ, ਕਿਉਂਕਿ ਗੁਰਦੁਆਰੇ ਦੇ ਵਿੱਚ ਰਹਿਣ ਦੇ ਲਈ ਵੀ ਬਹੁਤ ਵਧੀਆ ਕਮਰੇ ਬਣੇ ਹੋਏ ਸੀ। ਬੇਅੰਤ ਕੌਰ ਨੂੰ ਹੋਰ ਕੀ ਚਾਹੀਦਾ ਸੀ? ਉਸਨੇ ਤੁਰੰਤ ਹਾਂ ਕਹਿ ਦਿੱਤੀ। ਇੰਨਾ ਵਧੀਆ ਸੇਵਾ ਦਾ ਮੌਕਾ ਮਿਲ ਰਿਹਾ ਸੀ ਤੇ ਨਾਲੇ ਪੈਸੇ ਵੀ। ਉਸਨੇ ਪਾਠੀ ਜੀ ਦਾ ਧੰਨਵਾਦ ਕੀਤਾ ਤੇ ਜਲਦੀ ਨਾਲ
ਖੁਸ਼ੀ ਨਾਲ ਘਰ ਵਾਪਿਸ ਆ ਗਈ ਤੇ ਘਰ ਆ ਕੇ ਉਸਨੇ ਬਲਕਾਰ ਸਿੰਘ ਨੂੰ ਸਾਰੀ ਗੱਲ ਦੱਸੀ। ਬਲਕਾਰ ਸਿੰਘ ਨੂੰ ਵੀ ਇਸ ਕੰਮ ਤੋਂ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਉਹ ਪਰਮਾਤਮਾ ਦੇ ਘਰ ਦਾ ਕੰਮ ਸੀ ਜੋ ਮੁਫਤ ਵਿੱਚ ਵੀ ਕੀਤਾ ਜਾ ਸਕਦਾ ਸੀ। ਪਰ ਹੁਣ ਪੈਸਿਆਂ ਦੀ ਜ਼ਰੂਰਤ ਕਰਕੇ ਉਹਨਾਂ ਨੂੰ ਬੇਅੰਤ ਕੌਰ ਨੂੰ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ। ਹੁਣ ਹਰ ਰੋਜ਼ ਬੇਅੰਤ ਕੌਰ ਗੁਰਦੁਆਰੇ ਸਵੇਰੇ ਸ਼ਾਮ ਸੇਵਾ ਕਰਨ ਜਾਂਦੀ ਤੇ ਉੱਥੋਂ ਹੀ ਦਾਲ ਫੁਲਕਾ ਲੈ ਆਉਂਦੀ। ਇੱਦਾਂ ਹੀ ਬਲਕਾਰ ਸਿੰਘ ਤੇ ਬੇਅੰਤ ਕੌਰ ਨੂੰ ਸਹਾਰਾ ਮਿਲ ਗਿਆ ਤੇ ਕਿਵੇਂ ਨਾ ਕਿਵੇਂ ਉਹਨਾਂ ਦੀ ਜ਼ਿੰਦਗੀ ਚੱਲਣ ਲੱਗੀ। ਇੱਦਾਂ ਹੀ ਇੱਕ ਦਿਨ ਬੇਅੰਤ ਕੌਰ ਗੁਰਦੁਆਰੇ ਸੇਵਾ ਕਰ ਰਹੀ ਸੀ ਤਾਂ ਉੱਥੇ ਇੱਕ ਔਰਤ ਆਈ। ਉਸਨੇ ਪਾਠੀ ਸਿੰਘ ਨੂੰ ਆਪਣੇ ਘਰ ਅਖੰਡ ਪਾਠ ਆਰੰਭ ਕਰਨ ਲਈ ਕਿਹਾ ਤੇ ਨਾਲ 5 ਪਾਠੀ ਸਿੰਘ ਹੋਰ ਬੁਲਾਏ ਤੇ ਕੋਲ ਬੈਠੀ ਬੇਅੰਤ ਕੌਰ ਨੂੰ ਵੀ ਕਹਿੰਦੀ ਕਿ ਤੁਸੀਂ ਸਾਡੇ ਘਰ ਆਈ ਸੰਗਤ ਦੇ ਲਈ ਖਾਣਾ ਬਣਾ ਸਕਦੇ ਹੋ ਤਾਂ ਬਣਦੇ ਪੈਸੇ ਵੀ ਤੁਹਾਨੂੰ ਦਿੱਤੇ ਜਾਣਗੇ। ਇਹ ਸੁਣ ਕੇ ਬੇਅੰਤ ਕੌਰ ਬਹੁਤ ਖੁਸ਼ ਹੋਈ ਤੇ ਭੋਗ ਵਾਲੇ ਦਿਨ ਬੇਅੰਤ ਕੌਰ ਬਿਨਾਂ ਆਪਣੇ ਪਤੀ ਨੂੰ ਦੱਸੇ ਉਹਨਾਂ ਦੇ ਘਰ ਖਾਣਾ ਬਣਾਉਣ ਚਲੀ ਗਈ। ਉੱਥੇ ਅਖੰਡ ਪਾਠ ਦੇ ਬਹੁਤ ਸਾਰੀਆਂ ਔਰਤਾਂ ਆਈਆਂ ਸਨ ਤੇ ਉਹਨਾਂ ਵਿੱਚੋਂ ਇੱਕ ਔਰਤ ਜੋ ਵੇਖਣ ਵਿੱਚ ਬਹੁਤ ਸੋਹਣੀ ਤੇ ਉੱਚੀ ਲੰਮੀ ਜਵਾਨ ਸੀ, ਸ਼ਾਇਦ ਵਿਦੇਸ਼ ਤੋਂ ਆਈ ਸੀ। ਉਹ ਬੇਅੰਤ ਕੌਰ ਦੀ ਸਹੇਲੀ ਛਿੰਦੋ ਦੀ ਗਵਾਂਢਣ ਸੀ। ਉਸਨੇ ਬਹੁਤ ਸ਼ੌਂਕ ਦੇ ਨਾਲ ਸਾਰਾ ਖਾਣਾ ਖਾਧਾ ਤੇ ਉਸ ਨੂੰ ਪਿੰਡ ਦਾ ਦੇਸੀ ਖਾਣਾ ਬਹੁਤ ਪਸੰਦ ਆਇਆ। ਜਦੋਂ ਸਾਰੀ ਸੰਗਤ ਤੇ ਪਾਠੀ ਸਿੰਘ ਚਲੇ ਗਏ ਤੇ ਬੇਅੰਤ ਕੌਰ ਵੀ ਆਪਣੀ ਮਿਹਨਤ ਦੀ ਕਮਾਈ ਲੈ ਕੇ ਵਾਪਿਸ ਆਉਣ ਲੱਗੀ ਤਾਂ ਉਸ ਵਿਦੇਸ਼ੀ ਔਰਤ ਨੇ ਥੋੜ੍ਹੀ ਬਹੁਤ ਪੰਜਾਬੀ ਵਿੱਚ ਬੋਲ ਕੇ ਕਿਹਾ, ਆਂਟੀ ਜੀ, ਕੀ ਤੁਸੀਂ ਮੇਰੇ ਘਰ ਵੀ ਇਸ ਤਰ੍ਹਾਂ ਦਾ ਖਾਣਾ ਆ ਕੇ ਬਣਾ ਸਕਦੇ ਹੋ ਤੇ ਤੁਹਾਨੂੰ ਬਣਦੇ ਪੈਸੇ ਵੀ ਦਿੱਤੇ ਜਾਣਗੇ। ਤੁਹਾਡੇ ਹੱਥਾਂ ਵਿੱਚ ਤਾਂ ਜਾਦੂ ਹੈ। ਇਹ ਗੱਲ ਸੁਣ ਕੇ ਬੇਅੰਤ ਕੌਰ ਖੁਸ਼ ਹੋ ਗਈ, ਪਰ ਬਲਕਾਰ ਸਿੰਘ ਨੂੰ ਦੱਸਣਾ ਉਸ ਨੂੰ ਸਹੀ ਨਹੀਂ ਲੱਗਿਆ। ਉਸ ਨੂੰ ਪਤਾ ਸੀ ਕਿ ਬਲਕਾਰ ਸਿੰਘ ਉਸ ਨੂੰ ਇਦਾਂ ਦਾ ਕੰਮ ਨਹੀਂ ਕਰਨ ਦੇਣਗੇ। ਅਗਲੇ ਦਿਨ ਗੁਰਦੁਆਰੇ ਜਲਦੀ ਸੇਵਾ ਕਰਕੇ ਬੇਅੰਤ ਕੌਰ ਉਸ ਵਿਦੇਸ਼ੀ ਔਰਤ ਦੇ ਦੱਸੇ ਪਤੇ 'ਤੇ ਪਹੁੰਚ ਗਈ। ਉੱਥੇ ਪਹੁੰਚ ਕੇ ਉਸਨੇ ਅਲੱਗ-ਅਲੱਗ ਤਰ੍ਹਾਂ ਦੇ ਖਾਣੇ ਬਣਾਏ। ਉਹਨਾਂ ਦਾ ਘਰ ਪੂਰੀ ਤਰ੍ਹਾਂ ਖਾਣੇ ਦੀ ਖੁਸ਼ਬੂ ਨਾਲ ਮਹਿਕ ਗਿਆ। ਜਾਂਦੇ ਸਮੇਂ ਉਸ ਵਿਦੇਸ਼ੀ ਔਰਤ ਨੇ ਬੇਅੰਤ ਕੌਰ ਦਾ ਧੰਨਵਾਦ ਕੀਤਾ ਤੇ ਕਿਹਾ, ਜੇਕਰ ਮੇਰੇ ਹਸਬੈਂਡ ਨੂੰ ਤੁਹਾਡਾ ਖਾਣਾ ਪਸੰਦ ਆਇਆ ਕਿ ਤੁਸੀਂ ਰੋਜ਼ ਸਾਡੇ ਘਰ ਖਾਣਾ ਬਣਾਉਣ ਆ ਸਕਦੇ ਹੋ। ਬੇਅੰਤ ਸਿੰਘ ਨੂੰ ਇਸ ਤੋਂ ਵਧੀਆ ਮੌਕਾ ਨਹੀਂ ਮਿਲ ਸਕਦਾ ਸੀ। ਇੱਕ ਦਿਨ ਵਿੱਚ 2 ਕੰਮ ਕਰਕੇ ਕਮਾਈ ਵਿੱਚ ਵਾਧਾ ਹੋ ਰਿਹਾ ਸੀ ਤਾਂ ਉਹ ਕਿਵੇਂ ਛੱਡ ਸਕਦੀ ਸੀ ਤੇ ਉਸਨੇ ਹਾਂ ਕਰ ਦਿੱਤੀ। ਪਰ ਉਸਨੇ ਬਲਕਾਰ ਸਿੰਘ ਨੂੰ ਨਾ ਦੱਸਿਆ। ਹੁਣ ਹਰ ਰੋਜ਼ ਬੇਅੰਤ ਕੌਰ ਉੱਥੇ ਜਾਂਦੀ ਤੇ 2 ਘੰਟਿਆਂ ਵਿੱਚ ਖਾਣਾ ਬਣਾ ਕੇ ਵਾਪਿਸ ਆ ਜਾਂਦੀ। ਉਹਨਾਂ ਨੂੰ ਖਾਣਾ ਵੀ ਬਹੁਤ ਪਸੰਦ ਆ ਰਿਹਾ ਸੀ। ਇੱਕ ਦਿਨ ਉਸ ਵਿਦੇਸ਼ੀ ਔਰਤ ਨੇ ਕਿਹਾ ਕਿ ਮੇਰੇ ਪਤੀ ਦਾ ਕੁਝ ਦਿਨਾਂ ਬਾਅਦ ਜਨਮ ਦਿਨ ਹੈ ਤੇ ਮੈਂ ਉਹਨਾਂ ਨੂੰ ਕੁਝ ਸਰਪ੍ਰਾਈਜ਼ ਦੇਣਾ ਚਾਹੁੰਦੀ ਹਾਂ। ਆਂਟੀ ਜੀ, ਤੁਸੀਂ ਖਾਣੇ ਦੇ ਵਿੱਚ ਵਧੀਆ ਚੀਜ਼ਾਂ ਬਣਾ ਦਿਓ। ਬੇਅੰਤ ਕੌਰ ਗੁਰਦੁਆਰੇ ਵਿੱਚ ਸੇਵਾ ਕਰਕੇ 12 ਵਜੇ ਤੱਕ ਪਹੁੰਚ ਗਈ ਤੇ ਜਾਂਦਿਆਂ ਹੀ ਰਸੋਈ ਵਿੱਚ ਖਾਣਾ ਬਣਾਉਣ ਲੱਗੀ। ਸ਼ਾਮ ਨੂੰ ਸਾਰੇ ਮਹਿਮਾਨ ਆ ਗਏ ਤੇ ਉਸ ਵਿਦੇਸ਼ੀ ਔਰਤ ਨੇ, ਆਂਟੀ ਜੀ, ਕੇਕ ਕੱਟਿਆ ਗਿਆ ਹੈ, ਹੁਣ ਤੁਸੀਂ ਮਹਿਮਾਨਾਂ ਨੂੰ ਸਾਰਾ ਖਾਣਾ ਫੜਾ ਦਿਓ। ਬਹੁਤ ਵਧੀਆ ਖਾਣਾ ਬਣਾਇਆ ਸੀ ਤੇ ਮਹਿਮਾਨਾਂ ਨੇ ਜਲਦੀ ਖਾਣਾ ਖਾਧਾ ਤੇ ਉਹ ਵਿਦੇਸ਼ੀ ਔਰਤ ਦਾ ਪਤੀ ਕਹਿੰਦਾ, ਇਹੋ ਜਿਹਾ ਖਾਣਾ ਤਾਂ ਮੇਰੀ ਮਾਂ ਬਣਾਉਂਦੀ ਹੁੰਦੀ ਸੀ। ਸੱਚਮੁੱਚ ਖਾਣੇ ਦਾ ਸਵਾਦ ਵੀ ਉਸੇ ਤਰ੍ਹਾਂ ਲੱਗ ਰਿਹਾ ਹੈ। ਫਿਰ ਉਸ ਵਿਦੇਸ਼ੀ ਔਰਤ ਨੇ ਕਿਹਾ, ਇਹ ਸਾਡੀ ਕੁੱਕ ਆਂਟੀ ਨੇ ਬਣਾਇਆ ਹੈ ਤੁਹਾਡੇ ਲਈ। ਇੰਡੀਅਨ ਖਾਣੇ ਦੇ ਲਈ ਉਹਨਾਂ ਨੂੰ ਰੱਖਿਆ ਹੈ। ਉਸ ਆਦਮੀ ਦੀ ਰਸੋਈ ਵਿੱਚ ਆਵਾਜ਼ ਸੁਣ ਕੇ ਬੇਅੰਤ ਕੌਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਤੇ ਵਾਰ-ਵਾਰ ਬਾਹਰ ਝਾਕਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਆਦਮੀ ਬੇਅੰਤ ਕੌਰ ਵੱਲ ਪਿੱਠ ਕਰਕੇ ਖੜਾ ਹੋਇਆ ਸੀ, ਜਿਸ ਨੂੰ ਉਹ ਵੇਖ ਨਾ ਸਕੀ। ਬੇਅੰਤ ਕੌਰ ਰਸੋਈ ਵਿੱਚ ਆਪਣੇ ਕੰਮ ਨੂੰ ਲੱਗੀ ਰਹੀ, ਪਰ ਉਸ ਆਵਾਜ਼ ਨੂੰ ਸੁਣ ਕੇ ਉਸ ਦਾ ਮਨ ਉਲਝ ਜਾਂਦਾ। ਅਖੀਰ ਵਿੱਚ ਬੇਅੰਤ ਕੌਰ ਸਾਰਿਆਂ ਦੇ ਲਈ ਹਲਵਾ ਬਣਾ ਕੇ ਲਿਆਈ ਤੇ ਉਸ ਦੀ ਨਜ਼ਰ ਵਿਦੇਸ਼ੀ ਔਰਤ ਦੇ ਪਤੀ 'ਤੇ ਪਈ, ਜਿਸ ਨੂੰ ਵੇਖ ਕੇ ਬੇਅੰਤ ਕੌਰ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ
ਤੇ ਉਸਨੇ ਆਪਣਾ ਚਿਹਰਾ ਚੁੰਨੀ ਦੇ ਪੱਲੇ ਨਾਲ ਛੁਪਾ ਲਿਆ। ਉਸਨੇ ਸਾਰਿਆਂ ਨੂੰ ਹਲਵਾ ਵੰਡਿਆ। ਹਲਵਾ ਖਾਂਦੇ ਹੀ ਉਸ ਵਿਦੇਸ਼ੀ ਔਰਤ ਦੇ ਪਤੀ ਨੇ ਤੋਂ ਰਿਹਾ ਨਾ ਗਿਆ ਤੇ ਉਹ ਆਂਟੀ ਨੂੰ ਵੇਖਣ ਦੇ ਲਈ ਉਸ ਦੇ ਪਿੱਛੇ ਚਲਾ ਗਿਆ। ਫਿਰ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਨੂੰ ਵੀ ਮਿਲਵਾ ਆਪਣੀ ਆਂਟੀ ਦੇ ਨਾਲ, ਮੈਂ ਵੀ ਤਾਂ ਵੇਖਾਂ ਕਿ ਆਪਣੀ ਆਂਟੀ ਕੌਣ ਹੈ ਜੋ ਇੰਨਾ ਸਵਾਦ ਖਾਣਾ ਬਣਾਉਂਦੀ ਹੈ। ਸਾਹਮਣੇ ਉਸ ਆਦਮੀ ਨੂੰ ਆਉਂਦਿਆਂ ਵੇਖ ਕੇ ਬੇਅੰਤ ਕੌਰ ਨੂੰ ਚੱਕਰ ਆ ਗਏ। ਉਸਨੇ ਆਪਣੇ ਆਪ ਨੂੰ ਰੋਣ ਤੋਂ ਬਹੁਤ ਰੋਕਿਆ, ਪਰ ਉਹ ਰੋਕ ਨਾ ਸਕੀ। ਉਹ ਆਦਮੀ ਸਾਹਮਣੇ ਆਇਆ ਤਾਂ ਉਸ ਨੇ ਚੁੰਨੀ ਦੇ ਪੱਲੇ ਨਾਲ ਕਿਸੇ ਨਾਲ ਅਟਕ ਕੇ ਪਾਸੇ ਹੋ ਗਿਆ। ਉਹਨਾਂ ਨੂੰ ਦੇਖਦਿਆਂ ਹੀ ਉੱਥੇ ਹੀ ਖੜ ਗਿਆ। ਦੋਵੇਂ ਚੁੱਪਚਾਪ ਖੜੇ ਰਹੇ। ਉਹ ਵਿਦੇਸ਼ੀ ਔਰਤ ਨੇ ਇੱਕ ਦੂਜੇ ਨੂੰ ਦੇਖਦੇ ਹੋਏ ਕਿਹਾ, ਆਂਟੀ ਜੀ, ਇਹ ਮੇਰੇ ਪਤੀ ਹਨ। ਤੇ ਉਸਨੇ ਆਪਣੇ ਪਤੀ ਤੋਂ ਕਿਹਾ, ਇਹ ਉਹ ਆਂਟੀ ਜੀ ਹਨ ਜਿਨ੍ਹਾਂ ਦਾ ਖਾਣਾ ਤੁਹਾਨੂੰ ਤੁਹਾਡੀ ਮਾਂ ਵਰਗਾ ਲੱਗਦਾ ਹੈ। ਉਸ ਵਿਦੇਸ਼ੀ ਔਰਤ ਦੀ ਗੱਲ ਸੁਣਦਿਆਂ ਹੀ ਬੇਅੰਤ ਕੌਰ ਨੇ ਆਪਣੇ ਹੰਝੂ ਪੂੰਝ ਲਏ, ਪਰ ਉਸਨੂੰ ਕੁਝ ਨਾ ਕਿਹਾ। ਉਹ ਆਦਮੀ ਕੋਈ ਹੋਰ ਨਹੀਂ ਬਲਕਿ ਉਹਨਾਂ ਦਾ ਬੇਟਾ ਅਮਨ ਸੀ, ਜੋ ਅੱਜ ਇਤਫਾਕ ਨਾਲ ਸਾਹਮਣੇ ਖੜਾ ਸੀ। ਕਿਸਮਤ ਇਸ ਤਰ੍ਹਾਂ ਆਪਣੇ ਬੇਟੇ ਨਾਲ ਮਿਲਵਾਏਗੀ, ਬੇਅੰਤ ਕੌਰ ਨੇ ਕਦੀ ਸੋਚਿਆ ਵੀ ਨਹੀਂ ਸੀ। ਅੱਜ ਬੇਅੰਤ ਕੌਰ ਆਪਣੇ ਹੀ ਪੁੱਤਰ ਦੇ ਘਰ ਇੱਕ ਨੌਕਰ ਦੇ ਰੂਪ ਵਿੱਚ ਖੜੀ ਸੀ ਤੇ ਉਹ ਸਾਹਮਣੇ ਮਾਲਿਕ ਬਣ ਕੇ ਖੜਾ ਹੋਇਆ ਸੀ। ਅਮਨ ਆਪਣੀ ਮਾਂ ਨਾਲ ਨਜ਼ਰਾਂ ਨਹੀਂ ਮਿਲਾ ਸਕਿਆ ਤੇ ਨਜ਼ਰਾਂ ਝੁਕਾਉਂਦਾ ਹੋਇਆ ਪਾਰਟੀ ਖਤਮ ਹੋਣ ਤੋਂ ਬਾਅਦ ਆਪਣੇ ਕਮਰੇ ਵਿੱਚ ਚਲਾ ਗਿਆ। ਬੇਅੰਤ ਕੌਰ ਦੇ ਹੱਥ ਪੈਰ ਕੰਬਣ ਲੱਗੇ। ਅੱਜ ਉਸ ਦਾ ਆਪਣੇ ਪੁੱਤਰ ਦੇ ਨਾਲ ਸਾਹਮਣਾ ਹੋ ਗਿਆ ਸੀ, ਪਰ ਉਹ ਇਹ ਗੱਲ ਘਰ ਜਾ ਕੇ ਬਲਕਾਰ ਸਿੰਘ ਨੂੰ ਕਿਵੇਂ ਦੱਸਦੀ। ਉਹ ਤਾਂ ਸੁਣਦਿਆਂ ਹੀ ਜੀਂਦਿਆਂ ਜੀ ਮਰ ਜਾਣਗੇ ਕਿ ਉਹਨਾਂ ਦਾ ਪੁੱਤਰ ਇਸੇ ਸ਼ਹਿਰ ਵਿੱਚ ਰਹਿੰਦਾ ਹੈ ਪਰ ਕਦੀ ਮਿਲਣ ਨਹੀਂ ਆਇਆ ਤੇ ਨਾ ਹੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇੰਨਾ ਵੱਡਾ ਝਟਕਾ ਉਹਨਾਂ ਨੂੰ ਨਹੀਂ ਦੇ ਸਕਦੀ ਤਾਂ ਇਹ ਗੱਲ ਵੀ ਉਹਨਾਂ ਤੋਂ ਛੁਪਾਉਣ ਦਾ ਫੈਸਲਾ ਕਰ ਲਿਆ। ਹੁਣ ਬੇਅੰਤ ਕੌਰ ਇੱਕ ਨੌਕਰ ਦੀ ਤਰ੍ਹਾਂ ਕੰਮ ਕਰਕੇ ਉਹਨਾਂ ਦੇ ਘਰੋਂ ਆ ਜਾਂਦੀ। ਜੇਕਰ ਅਮਨ ਸਾਹਮਣੇ ਆ ਜਾਂਦਾ ਤਾਂ ਆਪਣੀ ਨਜ਼ਰ ਘੁਮਾ ਲੈਂਦੀ। ਇੱਦਾਂ ਹੁੰਦਿਆਂ 4 ਦਿਨ ਹੋ ਗਏ ਸੀ। ਇੱਕ ਦਿਨ ਬੇਅੰਤ ਕੌਰ ਨੂੰ ਆਉਣ ਵਿੱਚ ਲੇਟ ਹੋ ਗਈ ਤੇ ਬਲਕਾਰ ਸਿੰਘ ਨੂੰ ਬਹੁਤ ਚਿੰਤਾ ਹੋਣ ਲੱਗੀ। ਕਾਫੀ ਉਡੀਕਣ ਤੋਂ ਬਾਅਦ ਉਹ ਪਤਾ ਕਰਨ ਦੇ ਲਈ ਗੁਰਦੁਆਰੇ ਚਲਾ ਗਿਆ ਤੇ ਉੱਥੇ ਜਾ ਕੇ ਉਸਨੂੰ ਬੇਅੰਤ ਕੌਰ ਦੇ ਇਸ ਕੰਮ ਬਾਰੇ ਪਤਾ ਚੱਲਿਆ ਤਾਂ ਪਾਠੀ ਜੀ ਦੇ ਦੱਸੇ ਪਤੇ ਤੇ ਪਹੁੰਚ ਗਿਆ। ਗੇਟ ਦੀ ਘੰਟੀ ਵਜਾਉਣ ਤੋਂ ਬਾਅਦ ਉਹ ਵਿਦੇਸ਼ੀ ਔਰਤ ਬਾਹਰ ਆਈ ਤੇ ਪੁੱਛਣ ਲੱਗੀ, ਹਾਂਜੀ ਤੁਸੀਂ ਕੌਣ? ਤੇ ਬਲਕਾਰ ਸਿੰਘ ਨੇ ਦੱਸਿਆ ਕਿ ਮੈਂ ਬੇਅੰਤ ਕੌਰ ਦਾ ਪਤੀ ਹਾਂ। ਉਹ ਤੁਹਾਡੇ ਘਰ ਖਾਣਾ ਬਣਾਉਣ ਦਾ ਕੰਮ ਕਰਦੀ ਹੈ, ਅਜੇ ਤੱਕ ਘਰ ਨਹੀਂ ਪਹੁੰਚੀ, ਇਸ ਲਈ ਉਸ ਦੇ ਮਗਰ ਆ ਗਿਆ। ਫਿਰ ਉਸ ਵਿਦੇਸ਼ੀ ਔਰਤ ਨੇ ਕਿਹਾ, ਉਹ ਤਾਂ ਕਦੋਂ ਦੀ ਚਲੀ ਗਈ ਅੰਕਲ ਜੀ। ਉਦੋਂ ਹੀ ਇੱਕ ਵੱਡੀ ਸਾਰੀ ਗੱਡੀ ਆਉਂਦੀ ਹੈ ਤੇ ਅਮਨ ਗੱਡੀ 'ਚੋਂ ਉਤਰਦਾ ਤੇ ਆਪਣੀ ਪਤਨੀ ਨੂੰ ਕਹਿੰਦਾ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਦਰਵਾਜ਼ਾ ਕਿਉਂ ਖੋਲ੍ਹਿਆ। ਇਹ ਜਾਣੀ ਪਹਿਚਾਣੀ ਆਵਾਜ਼ ਸੁਣ ਕੇ ਬਲਕਾਰ ਸਿੰਘ ਨੇ ਵਾਪਿਸ ਦੇਖਿਆ ਤੇ ਉਹ ਹੈਰਾਨ ਰਹਿ ਗਏ। ਅਮਨ ਵੀ ਕਈ ਸਾਲਾਂ ਬਾਅਦ ਆਪਣੇ ਪਿਤਾ ਨੂੰ ਦੇਖ ਕੇ ਪਸੀਨੋ ਪਸੀਨੀ ਹੋ ਗਿਆ। ਸਾਹਮਣੇ ਪੁੱਤਰ ਖੜਾ ਸੀ ਤੇ ਨਾਲ ਸ਼ਾਇਦ ਉਸ ਦੀ ਪਤਨੀ ਸੀ। ਬਲਕਾਰ ਸਿੰਘ ਦਾ ਕਲੇਜਾ ਇਹ ਵੇਖ ਕੇ ਫਟਣ ਨੂੰ ਆ ਗਿਆ। ਉਸ ਨੂੰ ਲੱਗਿਆ ਕਿ ਆਪਣੇ ਸਵਾਲਾਂ ਦਾ ਜਵਾਬ ਪੁੱਛੇ ਕਿ ਉਸਨੇ ਆਪਣੇ ਬੁੱਢੇ ਮਾਪਿਓ ਨਾਲ ਇੱਦਾਂ ਕਿਉਂ ਕੀਤਾ ਤੇ ਉਹਨਾਂ ਨੂੰ ਮਰਨ ਲਈ ਇੱਦਾਂ ਕਿਉਂ ਛੱਡ ਦਿੱਤਾ। ਫਿਰ ਉਸ ਨੂੰ ਬੇਅੰਤ ਕੌਰ ਦਾ ਖਿਆਲ ਆਇਆ ਤੇ ਉਹ ਜਲਦੀ ਜਲਦੀ ਤੁਰ ਕੇ ਆਪਣੇ ਘਰ ਵਾਪਿਸ ਆ ਗਿਆ। ਬੇਅੰਤ ਕੌਰ ਕਿਤੇ ਨਾ ਲੱਭੀ ਤਾਂ ਬਲਕਾਰ ਸਿੰਘ ਆਪਣੇ ਘਰ ਵਾਪਸ ਆ ਗਏ। ਬੇਅੰਤ ਕੌਰ ਨੇ ਉਸ ਨੂੰ ਦੇਖਦਿਆਂ ਹੀ ਕਿਹਾ, ਤੁਸੀਂ ਕਿੱਥੇ ਗਏ ਸੀ? ਮੈਂ ਕਦੋਂ ਦੀ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ। ਬਲਕਾਰ ਸਿੰਘ ਨੇ ਕਿਹਾ, ਬਸ ਐਵੇਂ ਹੀ ਘੁੰਮਣ ਗਿਆ ਸੀ। ਬਲਕਾਰ ਸਿੰਘ ਨੇ ਉਸ ਤੋਂ ਉਹ ਗੱਲ ਲੁਕਾ ਲਈ ਤੇ ਫਿਰ ਕਹਿੰਦੇ ਕਿ ਬੇਅੰਤ ਕੁਰੇ, ਆਪਾਂ ਹੀ ਸ਼ਹਿਰ ਛੱਡ ਕੇ ਕਿਤੇ ਦੂਰ ਚਲੇ ਜਾਵਾਂਗੇ। ਆਪਾਂ ਨੂੰ ਇਹ ਸ਼ਹਿਰ ਰਾਸ ਨਹੀਂ ਆਇਆ। ਬੇਅੰਤ ਕੌਰ ਹੈਰਾਨ ਹੋ ਕੇ ਬੋਲੀ, ਕਿਉਂ ਛੱਡ ਕੇ ਜਾਵਾਂਗੇ? ਇੰਨੀ ਮੁਸ਼ਕਲ ਨਾਲ ਤਾਂ ਕੋਈ ਕੰਮ ਮਿਲਿਆ ਹੈ, ਉੱਥੇ ਨਵੇਂ ਸ਼ਹਿਰ ਵਿੱਚ ਜਾ ਕੇ ਕੀ ਕਰਾਂਗੇ? ਬਲਕਾਰ ਸਿੰਘ ਕਹਿੰਦਾ, ਸਭ ਹੋ ਜਾਏਗਾ, ਤੂੰ ਚਿੰਤਾ ਨਾ ਕਰ, ਮੈਂ ਸਭ ਸੋਚ ਲਿਆ ਹੈ, ਪਰ ਇੱਥੇ ਨਹੀਂ ਰਹਿਣਾ। ਪਰ ਇਸ ਵਾਰ ਤਾਂ ਉਹਨਾਂ ਦਾ ਦਿਲ ਬਲਕਰਨ ਸਿੰਘ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ, ਕਿਉਂਕਿ ਕਦੀ ਕਦੀ ਹੀ ਸਹੀ ਉਹ ਆਪਣੇ ਪੁੱਤਰ ਦਾ ਮੂੰਹ ਤਾਂ ਦੇਖ ਹੀ ਲੈਂਦੀ ਸੀ ਅਤੇ ਉਹਨਾਂ ਦੇ ਮਨ ਨੂੰ ਵੀ ਤਸੱਲੀ ਮਿਲ ਜਾਂਦੀ ਸੀ, ਕਿਉਂਕਿ ਬੇਅੰਤ ਕੌਰ ਆਪਣੇ ਪੁੱਤਰ ਨਾਲ ਰਹਿਣਾ ਚਾਹੁੰਦੀ ਸੀ।
ਭਾਵੇਂ ਨੌਕਰ ਬਣ ਕੇ ਹੀ ਰਹਿਣਾ ਪਵੇ। ਅਗਲੇ ਦਿਨ ਬਲਕਾਰ ਸਿੰਘ ਨੇ ਆਪਣੀ ਤਬੀਅਤ ਦਾ ਇੱਕ ਇਹੋ ਜਿਹਾ ਬਹਾਨਾ ਬਣਾਇਆ ਕਿ ਬੇਅੰਤ ਕੌਰ ਗੁਰਦੁਆਰੇ ਤੇ ਨਾ ਹੀ ਅਮਨ ਦੇ ਘਰ ਕੰਮ ਕਰਨ ਦੇ ਲਈ ਜਾ ਸਕੀ। ਪਰ ਬੇਅੰਤ ਕੌਰ ਅੰਦਰ ਹੀ ਅੰਦਰ ਚਿੰਤਾ ਵਿੱਚ ਸੀ ਕਿ ਪਤਾ ਨਹੀਂ ਉਹਨਾਂ ਦੇ ਘਰ ਕੁਝ ਖਾਣ ਨੂੰ ਬਣਿਆ ਹੋਵੇਗਾ ਜਾਂ ਨਹੀਂ। ਇੱਦਾਂ ਹੀ ਦਿਨ ਬੀਤ ਗਿਆ ਤੇ ਅਗਲੇ ਦਿਨ ਬਲਕਾਰ ਸਿੰਘ ਨੇ ਆਪਣਾ ਸਮਾਨ ਬੰਨ੍ਹਣਾ ਸ਼ੁਰੂ ਕਰ ਦਿੱਤਾ। ਬੇਅੰਤ ਕੌਰ ਇੰਨੀ ਸਵੇਰੇ ਸਵੇਰੇ ਇਹ ਸਭ ਕੁਝ ਕਰਦਿਆਂ ਵੇਖ ਕੇ ਹੈਰਾਨ ਹੋ ਗਈ ਤੇ ਕਹਿੰਦੀ, ਤੁਸੀਂ ਕੀ ਕਰ ਰਹੇ ਹੋ? ਬਲਕਾਰ ਸਿੰਘ ਕਹਿੰਦਾ, ਤੈਨੂੰ ਦਿਸ ਨਹੀਂ ਰਿਹਾ ਕਿ ਮੈਂ ਸਮਾਨ ਬੰਨ੍ਹ ਰਿਹਾ ਹਾਂ? ਤੂੰ ਵੀ ਜਲਦੀ ਜਲਦੀ ਬੰਨ੍ਹ ਲੈ, ਫਿਰ ਇਹ ਕਮਰਾ ਖਾਲੀ ਕਰਕੇ ਆਪਾਂ ਟ੍ਰੇਨ ਫੜਨੀ ਹੈ। ਇਹ ਸੁਣ ਕੇ ਬੇਅੰਤ ਕੌਰ ਦੇ ਹੱਥ ਪੈਰ ਕੰਬਣ ਲੱਗੇ। ਉਸ ਦੇ ਪੁੱਛਣ 'ਤੇ ਵੀ ਬਲਕਾਰ ਸਿੰਘ ਕੁਝ ਨਾ ਬੋਲਿਆ। ਫਿਰ ਉਸਨੇ ਕਿਹਾ ਕਿ ਮੈਂ ਪਾਠੀ ਜੀ ਨੂੰ ਜਵਾਬ ਦੇ ਕੇ ਆਉਂਦੀ ਹਾਂ ਕਿ ਕੱਲ੍ਹ ਤੋਂ ਮੈਂ ਸੇਵਾ ਕਰ ਨਹੀਂ ਆ ਸਕਦੀ, ਕਿਸੇ ਹੋਰ ਨੂੰ ਮੌਕਾ ਦੇ ਦੇਣ। ਬਲਕਾਰ ਸਿੰਘ ਨੇ ਬਹੁਤ ਰੋਕਿਆ ਪਰ ਬੇਅੰਤ ਕੌਰ ਨਾ ਰੁਕੀ। ਉਸ ਨੇ ਪਿੱਛੋਂ ਆਵਾਜ਼ ਮਾਰ ਕੇ ਕਿਹਾ, ਕਿਤੇ ਹੋਰ ਜਾਣ ਦੀ ਕੋਸ਼ਿਸ਼ ਨਾ ਕਰੀਂ। ਪਰ ਇਸ ਗੱਲ ਨੂੰ ਬੇਅੰਤ ਕੌਰ ਅਣਸੁਣਾ ਕਹਿ ਕੇ ਚਲੀ ਗਈ। ਬੇਅੰਤ ਕੌਰ ਨੇ ਪਹਿਲਾਂ ਪਾਠੀ ਜੀ ਨੂੰ ਜਾ ਕੇ ਜਵਾਬ ਦਿੱਤਾ ਤੇ ਫਿਰ ਉਸ ਵਿਦੇਸ਼ੀ ਔਰਤ ਦੇ ਘਰ ਨੂੰ ਤੁਰ ਪਈ। ਉਸ ਨੇ ਜਲਦੀ ਜਲਦੀ ਸੜਕ ਪਾਰ ਕਰਦਿਆਂ ਦੂਸਰੀ ਸਾਈਡ ਤੇਜ਼ ਆਉਂਦੀ ਕਾਰ ਨੂੰ ਨਾ ਦੇਖਿਆ, ਜੋ ਟੱਕਰ ਮਾਰ ਕੇ ਨਿਕਲ ਗਈ। ਬੇਅੰਤ ਕੌਰ ਸੜਕ 'ਤੇ ਦੂਜੇ ਪਾਸੇ ਡਿੱਗ ਪਈ ਤੇ ਸੜਕ 'ਤੇ ਪਈ ਤੜਫ ਰਹੀ ਸੀ। ਉਸ ਨੂੰ ਕਾਫੀ ਸੱਟਾਂ ਲੱਗ ਚੁੱਕੀਆਂ ਸਨ ਤੇ ਖੂਨ ਵੀ ਵਗ ਰਿਹਾ ਸੀ। ਕਾਫੀ ਭੀੜ ਇਕੱਠੀ ਹੋ ਗਈ, ਪਰ ਭੀੜ ਵਿੱਚੋਂ ਇੱਕ ਆਦਮੀ ਨੇ ਗੁਰਦੁਆਰੇ ਦੇ ਕਾਰਨ ਉਹਨਾਂ ਨੂੰ ਪਹਿਚਾਣ ਲਿਆ ਤੇ ਹਸਪੀਟਲ ਭਰਤੀ ਕਰਵਾਇਆ। ਪਾਠੀ ਜੀ ਨੂੰ ਵੀ ਖਬਰ ਕਰ ਦਿੱਤੀ। ਬਲਕਾਰ ਸਿੰਘ ਵੀ ਇੰਤਜ਼ਾਰ ਕਰਦਾ ਕਰਦਾ ਪਰੇਸ਼ਾਨ ਹੋ ਚੁੱਕਿਆ ਸੀ ਕਿ ਮੈਂ ਨਾ ਜਾਣ ਦੇ ਲਈ ਮਨਾ ਕਰਦਾ ਰਿਹਾ, ਪਰ ਇਸ ਨੂੰ ਤਾਂ ਅਜੇ ਵੀ ਆਪਣੀ ਬੇਗੈਰਤ ਤੇ ਨਲਾਇਕ ਔਲਾਦ ਪਿਆਰੀ ਲੱਗ ਰਹੀ ਹੈ, ਜਿਸ ਨੂੰ ਆਪਣੇ ਮਾਪਿਓ ਦੀ ਕੋਈ ਫਿਕਰ ਨਹੀਂ, ਜੋ ਮਹਿਲਾਂ ਵਿੱਚ ਰਹਿ ਕੇ ਵੀ ਆਪਣੇ ਮਾਪਿਓ ਨੂੰ ਘਰ ਵਿੱਚ ਨੌਕਰ ਰੱਖ ਸਕਦਾ ਹੈ। ਇਹੋ ਜਿਹੀ ਔਲਾਦ ਨਾਲੋਂ ਤਾਂ ਬੰਦਾ ਬੇਔਲਾਦ ਹੀ ਚੰਗਾ ਹੈ। ਬਲਕਾਰ ਸਿੰਘ ਦਾ ਗੁੱਸਾ ਅਜੇ ਸ਼ਾਂਤ ਨਹੀਂ ਹੋ ਰਿਹਾ ਸੀ ਤੇ ਕਿਸੇ ਨੇ ਆ ਕੇ ਉਹਨਾਂ ਨੂੰ ਬੇਅੰਤ ਕੌਰ ਦੇ ਐਕਸੀਡੈਂਟ ਬਾਰੇ ਦੱਸਿਆ। ਬਲਕਾਰ ਸਿੰਘ ਬੇਅੰਤ ਕੌਰ ਦੇ ਬਾਰੇ ਸੁਣਦਿਆਂ ਹੀ ਰੋਣ ਲੱਗ ਪਏ ਤੇ ਜਲਦੀ ਜਲਦੀ ਹਸਪਤਾਲ ਪਹੁੰਚੇ। ਬੇਅੰਤ ਕੌਰ ਨੂੰ ICU ਵਿੱਚ ਰੱਖਿਆ ਸੀ ਤੇ ਉੱਥੇ ਉਹਨਾਂ ਦਾ ਆਪਰੇਸ਼ਨ ਹੋ ਰਿਹਾ ਸੀ। ਉਹਨਾਂ ਦੀ ਬਾਂਹ ਟੁੱਟ ਚੁੱਕੀ ਸੀ ਤੇ ਮੱਥੇ 'ਤੇ ਵੀ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਸੀ। ਉਹਨਾਂ ਨੂੰ ਆਕਸੀਜਨ ਲੱਗੀ ਹੋਈ। ਬਲਕਾਰ ਸਿੰਘ ਰੋਂਦਾ ਕਲਪਦਾ ICU ਦੇ ਬਾਹਰ ਹੀ ਬੈਠ ਗਿਆ, ਕਿਉਂਕਿ ਬੇਅੰਤ ਕੌਰ ਹੀ ਉਹਨਾਂ ਦਾ ਇੱਕ ਸਹਾਰਾ ਸੀ। ਦੂਸਰੇ ਪਾਸੇ ਉਸ ਵਿਦੇਸ਼ੀ ਔਰਤ ਨੇ ਬੇਅੰਤ ਕੌਰ ਦਾ ਬਹੁਤ ਇੰਤਜ਼ਾਰ ਕੀਤਾ, ਫਿਰ ਪਤਾ ਕਰਨ ਦੇ ਲਈ ਗੁਰਦੁਆਰੇ ਪਹੁੰਚੀ ਤੇ ਉੱਥੇ ਉਸ ਨੂੰ ਹੋਏ ਇਸ ਐਕਸੀਡੈਂਟ ਬਾਰੇ ਪਤਾ ਲੱਗਿਆ। ਉਸ ਵੇਲੇ ਸੁਣਦਿਆਂ ਹੀ ਤੁਰੰਤ ਅਮਨ ਨੂੰ ਫੋਨ ਕਰ ਦਿੱਤਾ। ਅਮਨ, ਸਾਡੀ ਕੁੱਕ ਆਂਟੀ ਦਾ ਐਕਸੀਡੈਂਟ ਹੋ ਚੁੱਕਿਆ ਹੈ ਕਿ ਤੁਸੀਂ ਮੈਨੂੰ ਹਸਪਤਾਲ ਲਿਜਾ ਸਕਦੇ ਹੋ, ਉਹ ਬਹੁਤ ਸੀਰੀਅਸ ਕੰਡੀਸ਼ਨ ਵਿੱਚ ਹੈ। ਫੋਨ ਸੁਣ ਕੇ ਅਮਨ ਹੈਰਾਨ ਰਹਿ ਗਿਆ ਤੇ ਆਪਣੇ ਆਪ ਨੂੰ ਕੋਸਣ ਲੱਗਾ ਤੇ ਜਲਦੀ ਜਲਦੀ ਗੱਡੀ ਲੈ ਕੇ ਆਫਿਸ ਤੋਂ ਨਿਕਲ ਗਿਆ ਤੇ ਆਪਣੀ ਕੀਤੀ ਗਲਤੀ ਤੇ ਪਛਤਾਉਣ ਲੱਗਾ। ਕਹਿੰਦਾ, ਇਹ ਸਭ ਕੁਝ ਮੇਰੇ ਕਾਰਨ ਹੀ ਹੋਇਆ ਹੈ, ਮੇਰੇ ਕਾਰਨ ਹੀ ਮੇਰੇ ਮਾਪਿਓ ਨੂੰ ਅੱਜ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਅੱਜ ਅਮਨ ਆਪਣੀ ਮਾਂ ਤੋਂ ਜਿਉਂਦੇ ਜੀ ਮਾਫੀ ਮੰਗਣਾ ਚਾਹੁੰਦਾ ਸੀ। ਅਮਨ ਹਸਪਤਾਲ ਪਹੁੰਚ ਗਿਆ ਤੇ ਮਾਂ ਨੂੰ ICU ਦੇ ਵਿੱਚ ਸ਼ੀਸ਼ੇ ਵਿੱਚੋਂ ਵੇਖ ਕੇ ਅਮਨ ਦੇ ਹੱਥ ਪੈਰ ਫੁੱਲਣ ਲੱਗੇ। ਉੱਥੇ ਹੀ ਥੱਲੇ ਬੈਠੇ ਬਲਕਾਰ ਸਿੰਘ ਨੇ ਵੇਖਿਆ ਤੇ ਉਸ ਨੂੰ ਧੱਕਾ ਮਾਰ ਦਿੱਤਾ ਤੇ ਗੁੱਸੇ ਨਾਲ ਕਿਹਾ, ਹੁਣ ਇੱਥੇ ਕੀ ਲੈਣ ਆਇਆ ਹੈ? ਹੁਣ ਸਾਡੀ ਮੌਤ ਦਾ ਤਮਾਸ਼ਾ ਦੇਖਣ ਆਇਆ ਹੈ? ਤੇਰੇ ਕਾਰਨ ਹੀ ਅੱਜ ਉਹ ਇਸ ਹਾਲਤ ਵਿੱਚ ਹੈ। ਜੇਕਰ ਬੇਅੰਤ ਕੌਰ ਨੂੰ ਕੁਝ ਹੋ ਗਿਆ ਤਾਂ ਮੈਂ ਤੈਨੂੰ ਕਦੀ ਮਾਫ ਨਹੀਂ ਕਰਾਂਗਾ। ਅਮਨ ਦੀ ਪਤਨੀ ਇਹ ਸਭ ਕੁਝ ਵੇਖ ਕੇ ਹੈਰਾਨ ਸੀ। ਉਹ ਵਾਰ-ਵਾਰ ਪੁੱਛ ਰਹੀ ਸੀ ਕਿ ਅਮਨ, ਇਹ ਸਭ ਕੁਝ ਕੀ ਹੋ ਰਿਹਾ ਹੈ? ਤੇ ਅਮਨ ਨੇ ਹੱਥ ਜੋੜ ਕੇ ਕਿਹਾ, ਪਾਪਾ ਮੈਨੂੰ ਮਾਫ ਕਰ ਦਿਓ। ਬਲਕਾਰ ਸਿੰਘ ਗੁੱਸੇ ਵਿੱਚ ਉਸ ਨੂੰ ਟੁੱਟ ਕੇ ਪੈ ਗਏ। ਕਹਿੰਦੇ, ਕਿਉਂ ਮਾਫ ਕਰ ਦੇਵਾਂ? ਤੂੰ ਮੇਰੀ ਨਲਾਇਕ ਔਲਾਦ ਹੈ। ਇਹ ਸਭ ਕੁਝ ਤੂੰ ਇੱਕ ਗੋਰੀ ਲੜਕੀ ਦੇ ਲਈ ਕੀਤਾ ਜਾਂ ਫਿਰ ਗਰੀਬ ਮਾਪਿਓ ਦੇ ਨਾਲ ਰਹਿਣ ਵਿੱਚ ਤੈਨੂੰ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ? ਤੇਰੀ ਵਰਗੀ ਔਲਾਦ ਪਰਮਾਤਮਾ ਕਿਸੇ ਨੂੰ ਨਾ ਦੇਵੇ ਤੇ ਚੰਗਾ ਹੈ। ਉਦੋਂ ਹੀ ਡਾਕਟਰ ਨੇ ਆ ਕੇ ਕਿਹਾ, ਤੁਹਾਡਾ ਮਰੀਜ਼ ਬਿਲਕੁਲ ਠੀਕ ਠਾਕ ਹੈ, ਤੁਸੀਂ ਉਸ ਨੂੰ ਮਿਲ ਸਕਦੇ ਹੋ। ਉਦੋਂ ਹੀ ਬਲਕਾਰ ਸਿੰਘ ਅੰਦਰ ਗਿਆ ਤੇ ਉਸਨੇ ਬੇਅੰਤ ਕੌਰ ਦੇ ਸਿਰ ਤੇ ਹੱਥ ਫੇਰਿਆ। ਬੇਅੰਤ ਕੌਰ ਨੂੰ ਥੋੜੀ ਥੋੜੀ ਹੋਸ਼ ਆ ਰਹੀ ਸੀ ਤੇ
ਤੇ ਉਸਦੇ ਮੂੰਹ ਵਿੱਚੋਂ ਅਮਨ ਅਮਨ ਨਿਕਲ ਰਿਹਾ ਸੀ। ਇਹ ਸੁਣ ਕੇ ਬਲਕਾਰ ਸਿੰਘ ਨੂੰ ਬਹੁਤ ਗੁੱਸਾ ਆਇਆ, ਪਰ ਉਹ ਬੇਅੰਤ ਕੌਰ ਨੂੰ ਕੁਝ ਨਾ ਕਹਿ ਸਕਿਆ, ਕਿਉਂਕਿ ਉਸਦੀ ਹਾਲਾਤ ਇੱਦਾਂ ਦੀ ਨਹੀਂ ਸੀ ਕਿ ਉਹਨਾਂ ਨੂੰ ਕੁਝ ਕਿਹਾ ਜਾ ਸਕੇ। ਬੇਅੰਤ ਕੌਰ ਵਾਰ-ਵਾਰ ਆਪਣੇ ਪੁੱਤਰ ਨੂੰ ਬੁਲਾ ਰਹੀ ਸੀ। ਬਲਕਾਰ ਸਿੰਘ ਨੇ ਸਮੇਂ ਦੇ ਹਾਲਾਤਾਂ ਨੂੰ ਸਮਝਦੇ ਹੋਏ ਆਪਣੇ ਪੁੱਤਰ ਅਮਨ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ ਤੇ ਅਮਨ ਭੱਜ ਕੇ ਅੰਦਰ ਆਇਆ ਤੇ ਉਸਨੇ ਆਉਂਦਿਆਂ ਹੀ ਮਾਂ ਦਾ ਹੱਥ ਫੜ ਕੇ ਕਿਹਾ, ਮਾਂ ਮੈਨੂੰ ਮਾਫ਼ ਕਰ ਦੇ। ਤੈਨੂੰ ਆਪਣੇ ਘਰ ਸਾਹਮਣੇ ਵੇਖ ਕੇ ਵੀ ਮੈਂ ਮਾਂ ਨਾ ਕਹਿ ਸਕਿਆ। ਕਿਰਪਾ ਕਰਕੇ ਮੈਨੂੰ ਮਾਫ਼ ਕਰ ਦੇ। ਇਹ ਸਭ ਦਾ ਜ਼ਿੰਮੇਵਾਰ ਮੈਂ ਹਾਂ। ਅਮਨ ਮਾਂ ਕੋਲ ਤਰਲੇ ਕਰਦਾ ਰਿਹਾ ਤੇ ਅਮਨ ਦੀ ਪਤਨੀ ਵੀ ਕੋਲ ਹੀ ਖੜੀ ਸੀ। ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ, ਪਰ ਉਸਨੂੰ ਇੰਨਾ ਪਤਾ ਚੱਲ ਗਿਆ ਸੀ ਕਿ ਇਹ ਅਮਨ ਦੀ ਮਾਂ ਹੈ। ਇਹ ਸਭ ਕੁਝ ਕਿਉਂ ਹੋਇਆ, ਉਹ ਇਹ ਸਮਝਣ ਵਿੱਚ ਨਾਕਾਮਯਾਬ ਸੀ। ਥੋੜ੍ਹੀ ਦੇਰ ਬਾਅਦ ਬੇਅੰਤ ਕੌਰ ਸੌਂ ਗਈ ਤੇ ਡਾਕਟਰ ਨੇ ਆ ਕੇ ਉਹਨਾਂ ਦੀ ਹਾਲਤ ਵਿੱਚ ਸੁਧਾਰ ਦੀ ਗੱਲ ਕੀਤੀ, ਜਿਸ ਨੂੰ ਸੁਣ ਕੇ ਬਲਕਾਰ ਸਿੰਘ ਨੂੰ ਬਹੁਤ ਸਕੂਨ ਮਹਿਸੂਸ ਹੋਇਆ ਤੇ ਅਮਨ ਨੇ ਵੀ ਲੰਮਾ ਸਾਹ ਲਿਆ। ਉਹਨਾਂ ਨੇ ਫਿਲਹਾਲ ਅਮਨ ਨੂੰ ਕੁਝ ਨਾ ਕਿਹਾ। 10 ਦਿਨਾਂ ਤੱਕ ਬੇਅੰਤ ਕੌਰ ਹਸਪਤਾਲ ਵਿੱਚ ਰਹੀ ਤੇ ਉਸ ਦਾ ਸਾਰਾ ਖਰਚਾ ਅਮਨ ਨੇ ਚੱਕਿਆ। ਅਮਨ ਨੇ ਆਪਣੀ ਪਤਨੀ ਨੂੰ ਵੀ ਸਭ ਕੁਝ ਦੱਸ ਦਿੱਤਾ ਤੇ ਉਸ ਦੀ ਪਤਨੀ ਵੀ ਬਹੁਤ ਨਾਰਾਜ਼ ਹੋਈ। ਜਦੋਂ ਬੇਅੰਤ ਕੌਰ ਘਰ ਵਾਪਸ ਆਪਣੇ ਘਰ ਪਹੁੰਚੀ ਤੇ ਅਮਨ ਨੂੰ ਆਪਣੇ ਕੋਲ ਦੇਖ ਕੇ ਉਹ ਜਲਦੀ ਠੀਕ ਹੋਣ ਲੱਗੀ, ਪਰ ਬਲਕਾਰ ਸਿੰਘ ਅਜੇ ਉਸ ਨੂੰ ਮਾਫ਼ ਕਰਨ ਲਈ ਤਿਆਰ ਨਾ ਹੋਇਆ। ਬੇਅੰਤ ਕੌਰ ਦੀ ਹਾਲਤ ਠੀਕ ਹੁੰਦਿਆਂ ਵੇਖ ਕੇ ਇੱਕ ਦਿਨ ਬਲਕਾਰ ਸਿੰਘ ਨੇ ਅਮਨ ਨੂੰ ਘਰੇ ਆਉਣ ਲਈ ਮਨਾ ਕਰ ਦਿੱਤਾ। ਅਮਨ ਰੋਂਦਾ ਹੋਇਆ ਬਹੁਤ ਤਰਲੇ ਕਰਦਾ ਰਿਹਾ, ਪਰ ਫਿਰ ਵੀ ਬਲਕਾਰ ਸਿੰਘ ਨੇ ਉਸ ਨੂੰ ਘਰੋਂ ਕੱਢ ਦਿੱਤਾ। ਫਿਰ ਉਸ ਦੀ ਪਤਨੀ ਨੇ ਆ ਕੇ ਮਾफ़ੀ ਮੰਗੀ ਤੇ ਅਮਨ ਨੂੰ ਵੀ ਮਾफ़ ਕਰਨ ਦੇ ਲਈ ਕਿਹਾ। ਫਿਰ ਅਮਨ ਨੇ ਕਿਹਾ, ਪਾਪਾ ਮੈਨੂੰ ਮਾਫ਼ ਕਰ ਦਿਓ। ਮੈਂ ਉਸ ਦਿਨ ਘਰ ਆਉਣ ਦੇ ਲਈ ਪੁਰਾਣੇ ਘਰ ਗਿਆ ਸੀ ਤਾਂ ਉੱਥੇ ਕੋਈ ਨਹੀਂ ਮਿਲਿਆ। ਫਿਰ ਕਿਸੇ ਤੋਂ ਪਤਾ ਲੈ ਕੇ ਮੈਂ ਇੱਥੇ ਆਇਆ ਤਾਂ ਤੁਹਾਨੂੰ ਇੱਟਾਂ ਚੱਕਦਿਆਂ ਨੂੰ ਵੇਖ ਕੇ, ਤੁਹਾਡੇ ਮੈਲੇ ਕੱਪੜੇ ਤੇ ਮਜ਼ਦੂਰੀ ਕਰਦਿਆਂ ਨੂੰ ਵੇਖ ਕੇ ਮੈਂ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ, ਕਿਉਂਕਿ ਉੱਥੇ ਕਾਰ ਵਿੱਚ ਮੇਰੇ ਨਾਲ ਮੇਰੀ ਪਤਨੀ ਵੀ ਮੌਜੂਦ ਸੀ ਤੇ ਸ਼ਰਮ ਨਾਲ ਮੈਂ ਉਸ ਨੂੰ ਦੱਸ ਨਹੀਂ ਸਕਿਆ ਕਿ ਮੇਰੇ ਮਾਤਾ ਪਿਤਾ ਕੌਣ ਹਨ ਤੇ ਤੁਹਾਨੂੰ ਨਾ ਮਿਲਣ ਦਾ ਬਹਾਨਾ ਬਣਾ ਦਿੱਤਾ। ਫਿਰ ਇਤਫਾਕ ਨਾਲ ਮਾਂ ਮੇਰੇ ਘਰ ਖਾਣਾ ਬਣਾਉਣ ਪਹੁੰਚ ਗਈ ਤੇ ਇਹਨਾਂ ਨੂੰ ਵੇਖ ਕੇ ਮੈਨੂੰ ਬਹੁਤ ਪਛਤਾਵਾ ਹੋਇਆ, ਕਿਉਂਕਿ ਮੇਰੀ ਪਤਨੀ ਉਹਨਾਂ ਨਾਲ ਬਹੁਤ ਵਧੀਆ ਵਿਵਹਾਰ ਕਰ ਰਹੀ ਸੀ, ਨੌਕਰਾਂ ਵਰਗਾ ਨਹੀਂ ਸਮਝ ਰਹੀ ਸੀ। ਤੈਨੂੰ ਪੜ੍ਹਾਉਣ ਲਈ ਅਸੀਂ ਕੀ ਕੁਝ ਨਹੀਂ ਕੀਤਾ, ਆਪਣਾ ਘਰ ਤੱਕ ਗਹਿਣੇ ਰੱਖ ਦਿੱਤਾ। ਫਿਰ ਬਿਜ਼ਨਸ ਠੱਪ ਹੋ ਗਿਆ ਤੇ ਸਭ ਕੁਝ ਲੁੱਟਿਆ ਗਿਆ, ਲੇਕਿਨ ਫਿਰ ਵੀ ਤੈਨੂੰ ਕੋਈ ਕਮੀ ਨਾ ਹੋਣ ਦਿੱਤੀ। ਹਮੇਸ਼ਾ ਤੈਨੂੰ ਪੈਸੇ ਭੇਜਦੇ ਰਹੇ। ਅਸੀਂ ਖੁਦ ਕੰਗਾਲ ਹੋ ਗਏ, ਪਰ ਤੈਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਦਿੱਤੀ। ਇਹ ਜਿਹੜੇ ਪਟੇ ਪੁਰਾਣੇ ਕੱਪੜੇ ਦੇਖ ਰਿਹਾ ਹੈ ਨਾ, ਇਹ ਵੀ ਤੇਰੀ ਮਾਂ ਨੇ ਪਤਾ ਨਹੀਂ ਕਿੰਨੀ ਵਾਰ ਸੀ ਕੇ ਦੁਬਾਰਾ ਮੈਨੂੰ ਪਹਿਨਾਏ ਹਨ। ਰੁੱਖੀਆਂ ਸੁੱਕੀਆਂ ਖਾ ਖਾ ਕੇ ਅਸੀਂ ਦਿਨ ਕੱਟੇ ਤੇਰੇ ਲਈ, ਪਰ ਤੇਰੀ ਪੜ੍ਹਾਈ ਦਾ 5 ਸਾਲ ਤੋਂ 7 ਸਾਲ ਦੀ ਹੋ ਗਈ। ਬਲਕਾਰ ਸਿੰਘ ਪਤਾ ਨਹੀਂ ਕਦੋਂ ਦੀ ਪੜਾਸ ਆਪਣੇ ਦਿਲ ਵਿੱਚ ਰੱਖੀ ਬੈਠਾ ਸੀ ਤੇ ਅੱਜ ਸਾਰੀ ਕੱਟ ਰਿਹਾ ਸੀ। ਫਿਰ ਅਮਨ ਨੇ ਕਿਹਾ, ਪਾਪਾ ਆਪਣੀ ਪਤਨੀ ਨਾਲ ਵਿਆਹ ਕਰਵਾਉਣ ਦੇ ਲਈ ਮੈਂ ਉੱਥੇ ਰੁਕਿਆ ਰਿਹਾ। ਪੜ੍ਹਾਈ ਤਾਂ ਮੇਰੀ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ, ਲੇਕਿਨ ਉੱਥੇ ਨੌਕਰੀ ਕਰਕੇ ਰੁਕ ਗਿਆ ਕਿ ਮੈਂ ਪੱਕਾ ਹੋ ਕੇ ਵਾਪਸ ਆਵਾਂਗਾ। ਪਰ ਮੇਰੀ ਪਤਨੀ ਨੂੰ ਇੰਡੀਆ ਬਹੁਤ ਪਸੰਦ ਸੀ, ਇਸ ਲਈ ਉਹ ਮੇਰੇ ਨਾਲ ਇੱਥੇ ਆ ਕੇ ਰਹਿਣ ਲੱਗੀ। ਉਹ ਬਹੁਤ ਅਮੀਰ ਘਰ ਦੀ ਲੜਕੀ ਹੈ ਤੇ ਮੈਂ ਆਪਣੀ ਗਰੀਬੀ ਬਾਰੇ ਉਸ ਨੂੰ ਕੁਝ ਨਾ ਦੱਸ ਸਕਿਆ। ਮੈਂ ਇਸ ਵਿੱਚ ਬਹੁਤ ਸ਼ਰਮ ਮਹਿਸੂਸ ਕੀਤੀ। ਫਿਰ ਬੇਅੰਤ ਕੌਰ ਨੇ ਬਲਕਾਰ ਸਿੰਘ ਨੂੰ ਅੰਦਰ ਆਵਾਜ਼ ਮਾਰ ਕੇ ਅਮਨ ਨੂੰ ਮਾਫ਼ ਕਰਨ ਲਈ ਕਿਹਾ ਤੇ ਅਮਨ ਆਪਣੇ ਪਿਓ ਦੇ ਪੈਰਾਂ ਵਿੱਚ ਡਿੱਗ ਪਿਆ ਕਿ ਮੈਨੂੰ ਇੱਕ ਵਾਰ ਮਾਫ਼ ਕਰ ਦਿਓ। ਪਰ ਪੁੱਤਰ ਦੀਆਂ ਗੱਲਾਂ ਤੋਂ ਬਲਕਾਰ ਸਿੰਘ ਦਾ ਮਨ ਨਾ ਪਿਘਲਿਆ ਤੇ ਨਾ ਹੀ ਉਹ ਅਮਨ ਨੂੰ ਮਾਫ਼ ਕਰਨਾ ਚਾਹੁੰਦਾ। ਸਾਰੇ ਇੱਕ ਘਰ ਵਿੱਚ ਹੀ ਰਹਿੰਦੇ, ਲੇਕਿਨ ਅਮਨ ਨੇ ਜੋ ਕੁਝ ਵੀ ਕੀਤਾ ਬਲਕਾਰ ਸਿੰਘ ਚਾਹ ਕੇ ਵੀ ਮਾਫ਼ ਨਾ ਕਰ ਸਕਿਆ। ਹਾਂਜੀ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਤੁਸੀਂ ਆਪਦੀ ਰਾਏ ਜ਼ਰੂਰ ਦਿਓ ਕਿ ਅਮਨ ਨੇ ਜੋ ਕੁਝ ਵੀ ਕੀਤਾ ਕਿੰਨਾ ਹਾਲਾਤਾਂ ਵਿੱਚ ਕੀਤਾ ਤੇ ਕਿਸ ਮਜਬੂਰੀ ਵਿੱਚ ਕੀਤਾ, ਸਹੀ ਕੀਤਾ ਜਾਂ ਗਲਤ ਕੀਤਾ। ਇਹ ਤੁਸੀਂ ਆਪਦੇ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਓ। ਅਸੀਂ ਤੁਹਾਡੇ ਲਈ ਇੱਦਾਂ ਹੀ ਪਰਿਵਾਰਿਕ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ।
ਤੇ ਸਮਾਜ ਤੇ ਬੀਤੀ ਹੱਡ ਬੀਤੀ ਲੋਕਾਂ ਦੇ ਨਾਲ ਇਹ ਕਹਾਣੀਆਂ ਲੈ ਕੇ ਆਉਂਦੇ ਰਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ। ਮਿਲਾਂਗੇ ਕਿਸੇ ਹੋਰ ਕਹਾਣੀ ਦੇ ਨਾਲ।